ਆਜ਼ਾਦ ਟੀਵੀ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ, ਜੈ ਵਾਲਮੀਕੀ। ਅਸੀਂ ਹਰੇਕ ਵੀਰਵਾਰ ਦੀ ਤਰ੍ਹਾਂ ਤੁਹਾਡੇ ਰੂਬਰੂ ਹੋ ਰਹੇ ਹਾਂ। ਸਾਡਾ ਮਕਸਦ ਕਿਸੇ ਦੀਆਂ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ, ਸਾਡਾ ਮਕਸਦ ਹੈ ਸਮਾਜ ਵਿੱਚ ਹੋ ਰਹੀਆਂ ਗਤੀਵਿਧੀਆਂ ਨੂੰ ਤੁਹਾਡੇ ਤੱਕ ਪਹੁੰਚਾਉਣਾ। ਹਰੇਕ ਵੀਰਵਾਰ ਅਸੀਂ ਕੋਸ਼ਿਸ਼ ਕਰਦੇ ਹਾਂ ਕੋਈ ਨਾ ਕੋਈ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਈਏ, ਜਾਂ ਵੀ ਕੋਈ ਵੀ ਭਾਰਤ ਦੇਸ਼ ਦੀ ਧਰਤੀ ਤੋਂ ਮਹਿਮਾਨ ਆਉਂਦਾ ਹੈ ਤੇ ਅਸੀਂ ਤੁਹਾਡੇ ਰੂਬਰੂ ਕਰਦੇ ਹਾਂ, ਜਾਂ ਇਸ ਤਰ੍ਹਾਂ ਕਹਿ ਲਓ ਕਿ ਕੋਈ ਵੀ ਸਾਡੇ ਸਮਾਜ ਦੇ ਵਿੱਚ ਅਣਹੋਣੀ ਘਟਨਾ ਵਾਪਰਦੀ ਹੈ ਸਮਾਜ ਦੇ ਉੱਤੇ, ਉਸ ਨੂੰ ਅਸੀਂ ਤੁਹਾਡੇ ਰੂਬਰੂ ਰੱਖਦੇ ਹਾਂ ਤੇ ਤੁਹਾਡਾ ਜਿਹੜਾ ਸਾਥ ਹੁੰਦਾ ਹੈ ਉਸ ਦੇ ਨਾਲ ਅਸੀਂ ਉਸ ਚੀਜ਼ ਨੂੰ ਅੱਗੇ ਲੈ ਕੇ ਜਾਂਦੇ ਹਾਂ। ਅੱਜ ਸਾਡੇ ਸਟੂਡੀਓ ਦੇ ਵਿੱਚ ਸਾਡੇ ਕੋਲ ਦਿੱਲੀ ਤੋਂ ਆਏ ਹੋਏ ਇੱਕ ਮਹਿਮਾਨ ਸਾਡੇ ਨਾਲ ਹਨ ਜੋ ਭਾਰਤ ਦੇਸ਼ ਦੀ ਧਰਤੀ ਤੋਂ ਇੱਥੇ ਪਹੁੰਚੇ ਹਨ। ਉਹਨਾਂ ਦਾ ਨਾਮ ਹੈ ਤੰਨੂ ਜੀ। ਤੰਨੂ ਜੀ ਜੈ ਗੁਰਦੇਵ ਜੀ। ਜੈ ਗੁਰਦੇਵ। ਹਾਂਜੀ, ਤੇ ਨਾਲ ਮੇਰੇ ਵੀਰ ਸੋਹਣ ਬਾਗਾ ਜੀ। ਜੈ ਗੁਰਦੇਵ ਜੀ। ਧੰਨ ਗੁਰਦੇਵ, जय गुरुदेव। तो मैं पहला जो तनु जी उन्होंने सवाल करूँगा। तनु जी, आप लंदन में आए हैं तो किस काम के लिए आए हैं? बहुत बहुत धन्यवाद आपके सवाल का, लेकिन उससे पहले मैं आपका धन्यवाद करना चाहती हूँ कि आपने यहाँ पे बुलाया, मुझे इस काबिल समझा कि मैं अपना योगदान दे सकूँ इस चैनल को। और मैं बहुत खुश हूँ कि जिस तरीके से आप काम करते हैं, जिस तरीके से आप अपना योगदान देते हैं अपनी लोगों को, अपनी कम्युनिटी को, सबको आगे बढ़ाने में, तो उसके लिए मैं बहुत, और अपने लंदन के बिज़ी शेड्यूल से ये वक्त निकालना बहुत काबिल तारीफ़ है आपके उस पर, तो उसके लिए मैं आपका बहुत धन्यवाद करती हूँ। लंदन में ऐसे ही घूमने और थोड़ा मस्ती करने, थोड़ा लोगों को परखने कि हर शहर में कैसे लोग होते हैं, उनका कैसा पहनावा होता है या वो कैसे रहते हैं, उनकी क्या सोच होती है, उसको समझने के लिए ऐसे ही मैं अपना बस थोड़ा समय व्यतीत करने और अपने थोड़ा अपना मस्ती मारने के लिए थोड़ा लंदन आई हूँ। हाँ जी। ते गाड़ी में आते हुए आपने बोला कि आप इंग्लिश के टीचर हो दिल्ली में। हाँ जी। मैं टीचर होते समय आप क्या करते हैं? टीचर का मतलब क्या है? क्या मतलब यही है कि बच्चों को बढ़ा दिया तो तनख्वाह ले लिया तो टीचिंग का काम हो गया, कि और भी काम इसके बीच करते हो? नहीं, जैसे टीचर वर्ड एक जैसे बहुत पुराने हमारे शास्त्रों से गुरुकुल और गुरु के माध्यम से चला आ रहा है, तो बहुत लोग हैं जो टीचर को अलग अलग तरह का दर्जा देते हैं, लेकिन मेरे लिए टीचर वो नहीं जो सिर्फ बच्चों को सिखाए, लेकिन वो है जो अपने एरिया से बाहर जाकर भी और लोगों को भी अपना ज्ञान दे, और वो ही मेरी कोशिश रहती है। जैसे आपने सही बोला कि मैं दिल्ली के एक बहुत मशहूर स्कूल में GD गोयनका में मैं इंग्लिश पढ़ाती हूँ, तो वहाँ पे मेरा सिर्फ योगदान बच्चों की तरफ नहीं रहता, लेकिन वापस घर आने के बाद भी जो लोग, जो अंडर प्रिविलेज्ड लोग हैं, जो अपनी एजुकेशन के लिए पैसे नहीं दे पाते हैं, मैं उनकी तरफ भी पूरा ध्यान देती हूँ, मैं उनके लिए भी क्लासेस रखती हूँ। और जैसे इंग्लिश की कहावत है, एजुकेशन हैज़ नो एज, तो उसमें चाहे बड़ा हो, चाहे बूढ़ा हो, चाहे छोटा हो, वहाँ पे हर तरीके के लोग इनवाइटेड होते हैं मुझसे एजुकेशन लेने के लिए। धन्यवाद। तो बागा जी, ਆਪਾਂ ਨਾਲ ਦੀ ਨਾਲ, ਕਿਉਂਕਿ ਅਸੀਂ ਅੱਜ ਸਾਡੇ ਕੋਲ ਮੁੱਦਾ ਇੱਕ ਹੋਰ ਵੀ ਹੈ ਜੋ ਸਾਡੇ ਭਾਰਤ ਦੇਸ਼ ਦੀ ਧਰਤੀ ਤੇ ਪੰਜਾਬ ਦੇ ਨਾਲ ਲਿੰਕ ਹੈ, ਅਸੀਂ ਉਸ ਦੇ ਬਾਰੇ ਮੈਂ ਤੇ ਬਾਗਾ ਜੀ ਗੱਲ ਕਰਾਂਗੇ ਤੇ ਤਨੂ ਜੀ ਦੇ ਨਾਲ ਮੈਂ ਉਹਨਾਂ ਦੇ ਸਵਾਲ ਜਵਾਬ ਉਸ ਤਰ੍ਹਾਂ ਦੇ ਹੀ ਕਰਾਂਗਾ ਜਿਸ ਤਰ੍ਹਾਂ ਦੇ ਉਹ ਲਾਈਨ ਦੇ ਵਿੱਚ ਹਨ। ਬਾਗਾ ਜੀ, ਜਿਸ ਤਰ੍ਹਾਂ ਕਿ ਜਗਮੇਲ ਸਿੰਘ ਸੰਗਰੂਰ ਤੋਂ ਜੋ ਚੰਗਾਲੀਵਾਲ ਆਇਆ ਹੈ, ਉਸ ਨੂੰ ਹਾਈ ਕਾਸਟ ਦੇ ਲੋਕਾਂ ਨੇ ਜਾਂ ਕਿਸੇ ਪਾਰਟੀ ਦੇ ਲੀਡਰਾਂ ਦੇ ਕਹਿਣੇ ਦੇ ਉੱਤੇ ਉਹਨੂੰ ਲੱਤਾਂ ਦੇ ਵਿੱਚੋਂ ਮਾਸ, ਜਿਹੜਾ ਜੰਬੂਰ ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ, ਉਸ ਦੇ ਨਾਲ ਉਸ ਦਾ ਮਾਸ ਨੋਚਿਆ, ਉਸ ਦੇ ਉੱਤੇ ਤੇਜ਼ਾਬ ਪਾਇਆ। ਜਦੋਂ ਉਸਨੇ ਪਾਣੀ ਮੰਗਿਆ ਤੇ ਪਾਣੀ ਦੀ ਜਗ੍ਹਾ ਤੇ ਉਹਨਾਂ ਨੇ ਪਿਸ਼ਾਬ ਪਲਾਇਆ। ਤੇ ਇਸ ਤਰ੍ਹਾਂ ਦੀ ਜਿਹੜੀ ਦਰਿੰਦਗੀ ਆ, ਜਿਹੜੀ ਇਨਸਾਨੀਅਤ ਦੇ ਵਿੱਚ ਪਤਾ ਨਹੀਂ ਕਿੱਥੋਂ ਆ ਜਾਂਦੀ ਹੈ। ਕੀ ਉਹਨਾਂ ਨੂੰ ਕੋਈ ਖੌਫ ਨਹੀਂ ਸੀ ਜਦੋਂ ਇਹ ਕੰਮ ਕਰ ਰਹੇ ਸਨ? ਤੇ ਉਸ ਬੱਚੇ ਦੇ ਨਾਲ, ਚਾਹੇ ਉਹ ਕਿਸੇ ਵੀ ਕਮਿਊਨਿਟੀ ਦਾ ਹੈ ਤਾਂ ਇਨਸਾਨ ਹੈ, ਲੇਕਿਨ ਉਸ ਦੇ ਨਾਲ ਜੋ ਉਸ ਦੇ ਨਾਲ ਉਹਨਾਂ ਨੇ ਲੋਕਾਂ ਨੇ ਕੀਤਾ, ਜਾਂ ਸਾਡੀ ਜਿਹੜੀ ਗੌਰਮੈਂਟ ਹੈ ਪੰਜਾਬ ਦੀ, ਉਸਨੇ ਉਹਨਾਂ ਦੇ ਉੱਤੇ ਕੋਈ ਵੀ ਐਸਾ ਐਕਸ਼ਨ ਨਹੀਂ ਲਿਆ, ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹੂੰਗਾ ਕਿ ਬਈ ਅਸੀਂ ਹੱਲੇ, ਸਾਨੂੰ ਆਜ਼ਾਦੀ ਮਿਲੀ ਨੂੰ 72 ਸਾਲ ਹੋ ਗਏ ਜੀ, ਕੌਨਸਟੀਟਿਊਸ਼ਨ ਬਦਲ ਗਿਆ, ਲੇਕਿਨ ਕੌਨਸਟੀਟਿਊਸ਼ਨ ਹੱਲੇ ਵੀ ਬਦਲਿਆ ਹੈ, ਲੇਕਿਨ ਕੋਈ ਉਹਦੀ ਕੋਈ ਧਾਰਾ, ਕੋਈ ਕਾਨੂੰਨ, ਕੋਈ ਚਾਲੂ ਨਹੀਂ ਹੁੰਦਾ, ਇੰਪਲੀਮੈਂਟ ਹੀ ਨਹੀਂ ਹੋ ਰਿਹਾ, ਕਿਉਂਕਿ ਪੇਪਰਾਂ ਵਿੱਚ ਐਵਰੀਥਿੰਗ ਇਜ਼ ਦੇਅਰ, ਸਭ ਕੁਝ ਹੈ, ਲੇਕਿਨ ਸਾਡੇ ਲੋਕਾਂ ਨੂੰ, ਕਹਿਣ ਦਾ ਮਤਲਬ ਸਾਡੇ ਲੋਕਾਂ ਨੂੰ ਨਹੀਂ, ਕਿ ਮੈਂ ਇਹ ਕਹੂੰਗਾ ਕਿ ਪਹਿਲਾਂ 4 ਵਰਣਨ ਹੁੰਦੇ ਸੀ, ਜਿਹੜੇ ਅੱਜ ਆਪਣੇ ਆਪ ਨੂੰ ਬਹੁਤ ਬੜੇ ਲੋਕ ਕਹਿੰਦੇ ਹਨ, ਜਿਨ੍ਹਾਂ ਨੇ ਲੋਕਾਂ ਨੇ ਇਸ ਹਾਲਾਤ ਮੁੰਡੇ ਦੀ ਕੀਤੀ ਆ, ਉਸ
ਉਹ ਵਰਣਨ ਕੋਈ ਵੱਡਾ ਨਹੀਂ ਸੀ। ਇਹ ਵੀ 4 ਵਰਣਨ ਤੇ ਜਿਹੜਾ ਛੋਟਾ ਸ਼ੂਦਰਾਂ ਵਿੱਚੋਂ ਨਿਕਲੇ ਆ। ਸ਼ੂਦਰਾਂ ਚੋਂ ਇਹ ਜਿਹੜੇ ਹੈ ਚੌਥੇ ਵਰਣਨ ਦੇ ਲੋਕ ਆ, ਜਿਨ੍ਹਾਂ ਨੂੰ ਆਪਣੇ ਆਪ ਨੂੰ ਇਹ ਅਮੀਰ ਵੱਡੇ ਕਹਿੰਦੇ ਆ। ਇਹ ਕੋਈ ਵੱਡੀ ਜਾਤ ਨਹੀਂ ਗੀ। ਇਹ ਵੀ ਹੁਣ ਮੈਂ ਕਿਉਂਕਿ ਇਹ ਸੱਚ ਦੱਸਣ ਲੱਗਾ ਕਿ 1960 ਵਿੱਚ 1950 ਦੇ ਵਿੱਚ ਇਹ ਲੋਕ ਸਿਰ ਦੇ ਉੱਪਰ ਟੋਕਰਾ ਰੱਖ ਕੇ, ਜਿਹੜਾ ਜਿਹਨੂੰ ਅਸੀਂ ਢੇਰ ਕਹਿੰਦੇ ਹੁੰਦੇ, ਉਹਦੀਆਂ ਟੱਟੀਆਂ ਚੁੱਕਦੇ ਹੁੰਦੇ ਸੀ, ਉਹ ਢੇਰ ਚੁੱਕ ਕੇ ਢੇਰ ਜਿਹਨੂੰ ਕਹਿੰਦੇ ਜ਼ਮੀਨਾਂ ਤੇ ਪਾਉਂਦੇ ਹੁੰਦੇ, ਉਹ ਚੁੱਕਦੇ ਹੁੰਦੇ ਸੀ। ਅੱਜ ਇਹਨਾਂ ਨੂੰ ਗੱਲਾਂ ਭੁੱਲ ਗਈਆਂ। ਉਹ ਅੱਜ ਉਹ ਅਸੀਂ ਕਹਿੰਦੇ ਹੁੰਦੇ ਨੇ ਤੁਸੀਂ ਇਹ ਲੋਕ ਇਹ ਕੰਮ ਛੋਟੇ ਜਾਤਾਂ ਦਾ ਕੰਮ ਹੈ, ਛੋਟੇ ਜਾਤਾਂ ਦਾ। ਇਹ ਵੀ ਛੋਟੀ ਜਾਤ ਹੀ ਸੀ। ਇਹਨਾਂ ਦੇ ਕੋਲ ਜ਼ਮੀਨ ਸੀ। ਹੋਰ ਇਹ ਜ਼ਮੀਨ ਵੀ ਕਿਉਂ ਇਹਨਾਂ ਨੂੰ ਮਿਲੀ? ਕਿਉਂਕਿ ਗੱਦਾਰ ਲੋਕ ਸੀਗੇ। ਗੱਦਾਰ ਦਾ ਮਤਲਬ ਉਹਨਾਂ ਨੂੰ ਜ਼ਮੀਨਾਂ ਮਿਲਦੀਆਂ ਸੀ। ਜਿਹੜੇ ਕੌਮ ਦੇ ਗੱਦਾਰ ਸੀਗੇ ਉਹਨਾਂ ਨੂੰ ਹੀ ਕੌਮ ਜ਼ਮੀਨਾਂ ਮਿਲੀਆਂ ਆ, ਦੂਜਿਆਂ ਨਹੀਂ ਜ਼ਮੀਨਾਂ ਮਿਲੀਆਂ। ਇਹ 6734 ਜਾਤਾਂ ਦੇ ਵਿੱਚੋਂ ਇਹ ਵੀ ਇੱਕ ਵਨ ਆਫ ਦੈਮ ਜਿਹੜੇ ਸੀਗੇ। ਅੱਗੇ ਜੀ ਮੈਂ ਇਸ ਗੱਲ ਦੇ ਨਾਲ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਆ। ਇਹ ਜਦੋਂ ਜਿਹੜਾ ਜਾਤ ਪਾਤ ਦਾ ਜਿਹੜਾ ਕੋਡ ਹੈ ਭਾਰਤ ਦੇਸ਼ ਦੇ ਵਿੱਚ, ਇਹ ਜਿਸ ਤਰ੍ਹਾਂ ਕਿ ਜਿਹਨੂੰ ਪੰਜਾਬੀ 'ਚ ਅਸੀਂ ਜੱਟ ਕਹਿੰਦੇ ਆ, ਇਹ ਜੱਟ ਔਰ ਜਿਹੜੀ ਦਲਿਤ ਲੋਕ ਹੈ ਉਹਨਾਂ ਦੀ ਆਪਸ ਵਿੱਚ ਇਹ ਜਿਹੜੀ ਸਾਡੇ ਉੱਤੇ ਅਤਿਆਚਾਰ ਕੀ ਜੱਟ ਵੀ ਤਾਂ ਸਾਡੇ ਵਿੱਚੋਂ ਹੀ ਹਨ। ਜੱਟ ਸੱਤ ਉਹੀ ਮੈਂ ਦੱਸਿਆ, ਉਹੀ ਆਪ ਕਹਿ ਰਹੇ ਸ਼ੂਦਰਾਂ ਦੇ ਵਿੱਚੋਂ ਆ। ਸ਼ੂਦਰ ਚੌਥਾ ਵਰਣਨ ਸ਼ੂਦਰ, ਸ਼ੂਦਰਾਂ ਦੇ ਵਿੱਚੋਂ ਹੀ ਆ। ਜੱਟ ਜਾਟ ਹੀਰ ਛਿੰਬੇ ਨਾਈ ਜੋ ਵੀ ਹੈਗੇ, ਇਹਨਾਂ ਨੇ ਇਹਨਾਂ ਦੇ ਵਿੱਚ ਜਾਤਾਂ ਦਾ ਫਰਕ ਪਾਤਾ ਕਿ ਤੂੰ ਮੇਰੇ ਤੋਂ ਬੜਾ, ਤੂੰ ਮੇਰੇ ਤੋਂ ਬੜਾ, ਇਦਾਂ ਕਰਕੇ ਇਹਨਾਂ ਨੇ। ਲੇਕਿਨ ਜਿਹੜਾ ਇਹ ਮੁੰਡੇ ਨਾਲ ਕੰਮ ਕੀਤਾ ਚੰਗਾਲੀ ਦੇ ਵਿੱਚ, ਜਿਸ ਪਿੰਡ ਦੇ ਵਿੱਚ ਇਹਨਾਂ ਨੇ ਹਾਲਾਤ ਕੀਤੇ, ਉਹਨੂੰ ਜਦੋਂ ਬੰਦੇ ਦਾ ਇੰਨਾ ਬੁਰਾ ਹਾਲ ਕਿ ਜੰਬੂਰ ਨਾ ਉਹਦਾ ਮਾਸ ਕੱਢਿਆ, ਫਿਰ ਉਹਨੂੰ ਪਾਣੀ ਮੰਗਿਆ, ਉਹਦੇ 9 ਖਿੱਚੇ ਜੰਬੂਰ ਦੇ ਨਾਲ। ਤੁਸੀਂ ਇਹ ਦੇਖ ਲਓ, ਕਿਸੇ ਦੇ ਇੱਕ ਗਰੀਨ ਹੱਥ ਕੱਟਿਆ ਜਾਵੇ, ਉੱਪਰੋਂ ਉਹਨਾਂ ਨੇ ਕੀ ਕੀਤਾ, ਐਸਿਡ ਪਾਇਆ। ਐਸਿਡ ਪਾਉਣ ਤੋਂ ਬਾਅਦ ਪਾਣੀ ਮੰਗਿਆ, ਉਹਨੂੰ ਪਿਸ਼ਾਬ ਪਿਲਾਇਆ। ਅਗਲੇ ਤਾਈਂ ਇੰਨੀ ਬੁਰੀ ਹਾਲ ਨਹੀਂ ਦੇਖੀ ਤੁਸੀਂ, ਜੋ ਇਹਨਾਂ ਨੇ ਫਿਲਮਾਂ ਵਿੱਚ ਦੇਖਦੇ ਹੁੰਦੇ ਸੀਗੇ ਅਸੀਂ, ਉਹ ਹਾਲ ਇਹਨਾਂ ਨੇ ਇਸ ਮੁੰਡੇ ਦਾ ਕੀਤਾ। ਔਰ ਉੱਪਰੋਂ ਇਹ ਨਹੀਂ ਕਿ ਉਹਨਾਂ ਨੇ ਕੀਤਾ, ਉਸ ਤੋਂ ਬਾਅਦ ਜਿਹੜੇ ਹਸਪੀਟਲ ਗਏ ਆ, ਹਸਪੀਟਲ ਵਾਲਿਆਂ ਨੇ ਉਸ ਬੱਚੇ ਨੂੰ ਨਹੀਂ ਦੇਖਣਾ ਚਾਹਿਆ ਔਰ ਇੱਕ ਦੂਜੇ ਤੋਂ ਗਾਹਾਂ ਤੇ ਗਾਹਾਂ ਕਰ ਗਏ। ਗਾਹਾਂ ਪੁਲਿਸ ਨੇ ਉਹਨਾਂ ਦੀ ਰਿਪੋਰਟ ਨਹੀਂ ਲਿਖੀ। ਹੁਣ ਜ਼ੋਰ ਪਾਉਣ ਤੇ 302 ਧਾਰਾ ਲਿਖੀ ਉਹਨਾਂ ਤੇ ਇਸ਼ੂ ਹੋਈ ਆ। ਪਹਿਲਾਂ ਹੁਣ 302 ਧਾਰਾ ਨਹੀਂ ਸੀ ਇਸ਼ੂ ਕੀਤੀ ਇਹਨਾਂ ਨੂੰ, ਕਿਉਂਕਿ ਜਦ ਕਿ 4 ਬੰਦੇ ਨੱਠ ਗਏ ਸੀ। ਇਹ ਕੋਈ ਗੱਲ ਆ ਕਿ ਵੀ ਸਾਡੇ ਨਾਲ ਇਹ ਧੱਕਾ ਹੀ ਹੋਈ ਜਾਏਗਾ? ਅਸੀਂ ਲੋਕ ਕਹਿੰਦੇ ਆ ਕਿ ਵੀ ਅਸੀਂ ਪੜ੍ਹ ਗਏ, ਸਾਡੇ ਲੋਕ ਇੱਥੇ ਬੈਠੇ ਕਹਿੰਦੇ ਅਸੀਂ ਇਹਨਾਂ ਨੂੰ ਕੀ ਕੰਮ ਆ, ਅਸੀਂ ਇਹਨਾਂ ਨੂੰ ਕੀ ਘੱਟ। ਉਹ ਭਾਈ ਉਸ ਬੱਚੇ ਦਾ ਹਾਲ ਤੁਸੀਂ ਉਸ ਸ਼ੂ ਦੇ ਵਿੱਚ ਪੈ ਕੇ ਦੇਖੋ ਕਿ ਕਿਹਦੇ ਨਾਲੋਂ ਘੱਟ ਆ। ਤੁਸੀਂ ਹੱਲੇ ਉੱਥੇ ਹੀ ਆ। ਇਹਨਾਂ ਦਾ ਮੈਨੂੰ ਪਤਾ, ਜਿੰਨਾ ਮੈਂ ਪਰਸਨਲੀ ਮੈਨੂੰ ਪਤਾ ਇਹਨਾਂ ਦਾ ਦਿਮਾਗ ਕਿੱਦਾਂ ਦੇ ਆ, ਕਿਉਂਕਿ ਮੇਰੇ ਨਾਲ ਤਾਂ ਆਪ ਬੀਤੀਆਂ ਆ, ਬਨ ਜਿਹਦੇ ਨਾਲ ਬੀਤੀ ਆ। ਇਹ ਮੈਂ ਉਸ ਲਾਈਨ ਤੇ ਮੈਂ ਜਾਣਾ ਨਹੀਂ ਚਾਹੁੰਦਾ ਕਿ ਜੇ, ਲੇਕਿਨ ਇਹ ਜਿਹੜੀ ਹੈਗੀ ਆ ਇਹਨਾਂ ਦੇ ਮਨਾਂ ਦੇ ਵਿੱਚ ਹੱਲੇ ਵੀ ਉਹ ਇਹਨਾਂ ਦੇ ਕੋਡ ਜਿਹੜਾ ਕੋਡ ਬੰਦੇ ਨੂੰ ਹੋ ਜਾਵੇ, ਇਹ ਮਰਨਗੇ ਤਾਂ ਹੀ ਇਹਨਾਂ ਦਾ ਇਹ ਕੋਡ ਖਤਮ ਹੋ ਸਕਦਾ। ਇਹ ਸਾਡੇ ਵਿੱਚੋਂ ਜਾਤਾਂ ਪਾਤਾਂ ਦਾ ਤਾਂ ਹੀ ਖਤਮਾ ਹੋਊਗਾ ਜੇ ਅਸੀਂ ਇੱਕ ਦੂਜਿਆਂ ਦੇ ਜਦੋਂ ਇੱਕ ਦੂਜਿਆਂ ਦੇ ਸਿੱਧੀ ਗੱਲ ਮੈਂ ਕਹਿੰਦਾ ਕਿ ਰਿਸ਼ਤੇ ਹੋਣਗੇ ਤਾਂ ਹੀ ਹੋਣੀਆਂ, ਨਹੀਂ ਤਾਂ ਇਹ ਨਹੀਂ। ਉਹ ਤਾਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਕਿਹਾ ਸੀ ਕਿ ਜਿੰਨਾ ਚਿਰ ਰੋਟੀ ਬੇਟੀ ਦਾ ਰਿਸ਼ਤਾ ਨਹੀਂ ਹੁੰਦਾ, ਉਹਨਾਂ ਚਿਰ ਸਾਡੀ ਜਿਹੜੀ ਜਾਤ ਪਾਤ ਖਤਮ ਨਹੀਂ ਹੋ ਸਕਦੀ। ਲੇਕਿਨ ਮੈਂ ਇਸ ਦੇ ਨਾਲ ਇਹ ਗੱਲ ਕਹਿੰਦਾ ਜਾਂਦਾ ਕਿ 21ਵੀਂ ਸਦੀ ਦੇ ਵਿੱਚ ਇਨਸਾਨੀਅਤ ਦਾ ਘਾਣ ਹੋ ਰਿਹਾ ਆ। ਉਹ ਵੀ ਭਾਰਤ ਦੇਸ਼ ਦੀ ਧਰਤੀ, ਉਹ ਵੀ ਪੰਜਾਬ ਦੇ ਵਿੱਚ, ਜਿੱਥੇ ਸਭ ਪਰਿਵਾਰ ਜਿਹੜੇ ਖਾਂਦੇ ਪੀਂਦੇ ਰੱਜੇ ਪੁੱਜੇ ਪਰਿਵਾਰਾਂ ਦੇ ਵਿੱਚ ਹਨ। ਕੋਈ ਉੱਥੇ ਐਸੀ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੈ ਜਿਹੜੀ ਕਿ ਉਹ ਲੋ ਕਾਸਟ ਹੈ, ਉਹ ਹਾਈ ਕਾਸਟ ਹੈ ਜਾਂ ਇਸ ਤਰ੍ਹਾਂ ਦੀ ਚੀਜ਼। ਲੇਕਿਨ ਉਸ ਧਰਤੀ ਦੇ ਉੱਤੇ, ਪੰਜਾਬ ਦੀ ਧਰਤੀ, ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ, ਜਿੱਥੇ ਇਹ ਜਿਹੜਾ ਘਿਨਾਉਣੀ ਹਰਕਤ ਕੀਤੀ ਗਈ ਆ। ਅੱਜ ਅਸੀਂ ਕੱਲ ਦੀ ਗੱਲ ਜਾਂ ਅੱਜ ਦੀ ਜਾਂ ਕੱਲ੍ਹ ਨੂੰ ਲਾ ਲਓ, 550ਵਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ। ਕੀ ਅਸੀਂ ਮਾਨਵਤਾ ਦੀ ਗੱਲ ਕਰਦੇ, ਕਿਸ ਇਨਸਾਨ ਦੀ ਗੱਲ ਕਰਦੇ ਆ? ਕੀ ਅਸੀਂ ਸੋਚ ਕੇ ਭਾਰਤ ਦੇਸ਼ ਦੀ ਗੱਲ ਕਰਦੇ ਹਾਂ? ਜਦੋਂ ਇੱਥੇ ਕਈ ਵਾਰੀ ਗੱਲ ਕਰਦੇ ਆ ਵੀ ਤੁਸੀਂ ਬੈਠ ਕੇ ਵੀ ਭਾਰਤ ਦੇਸ਼ ਦੀ ਬੇਇੱਜ਼ਤੀ ਕਰਦੇ ਆ। ਭਾਰਤ ਦੇਸ਼ ਦੀ ਅਸੀਂ ਬੇਇੱਜ਼ਤੀ ਕਿੱਥੇ ਕਰ ਰਹੇ ਹਾਂ? ਅਸੀਂ ਤਾਂ ਉਹਨੂੰ ਆਪਣਾ ਦੇਸ਼ ਸਮਝ ਕੇ ਗੱਲ ਕਰਦੇ ਹਾਂ। ਲੇਕਿਨ ਉੱਥੇ ਦੇ ਲੋਕ ਜੋ ਕੰਮ ਕਰ ਰਹੇ, ਅਸੀਂ ਉਹਨਾਂ ਦੀ ਕਰਤੂਤ ਜੇ ਟੀਵੀ ਦੇ ਉੱਤੇ ਦੱਸਦੇ ਹਾਂ ਤੇ ਭਾਰਤ ਦੇਸ਼ ਦੀ ਨਿੰਦਾ ਨਹੀਂ ਅਸੀਂ ਕਰ ਰਹੇ। ਭਾਰਤ ਦੇਸ਼ ਦੇ ਵਿੱਚ ਹੋ ਰਹੇ ਅਤਿਆਚਾਰ ਦੀ ਅਸੀਂ ਨਿੰਦਾ ਕਰਦੇ ਹਾਂ ਕਿ ਸਰਕਾਰਾਂ ਨੂੰ, ਚਾਹੇ ਉਹ ਕਿਸੇ ਦੀ ਵੀ ਗੌਰਮੈਂਟ ਆਵੇ, ਸਾਨੂੰ ਕਿਸੇ ਪਾਰਟੀ ਦੇ ਨਾਲ ਕੋਈ ਲਿੰਕ ਨਹੀਂ ਸਾਡਾ। ਲੇਕਿਨ ਅਤਿਆਚਾਰ ਚਾਹੇ ਉਹ ਗਰੀਬ ਤੇ ਆ ਚਾਹੇ ਅਮੀਰ ਤੇ ਆ, ਇਨਸਾਨ ਦੇ ਉੱਤੇ ਜਿਹੜਾ ਅਤਿਆਚਾਰ ਆ, ਉਸ ਧਰਤੀ ਦੇ ਉੱਤੇ ਅਤਿਆਚਾਰ ਹੋਣਾ, ਪੀਰਾਂ ਪੈਗੰਬਰਾਂ ਗੁਰੂਆਂ ਦੀ ਜਿਹੜੀ ਧਰਤੀ ਆ ਉੱਥੇ ਇਹ ਨਹੀਂ ਹੋਣਾ ਚਾਹੀਦਾ। ਸਾਡੀ ਲਾਈਵ ਕਾਲ ਜਿਹੜੀਆਂ ਖੁੱਲ੍ਹ ਚੁੱਕੀਆਂ 020363000610 ਤੇ ਤੁਸੀਂ ਲਾਈਵ ਕਾਲ ਕਰਕੇ ਇਹ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਤੇ ਇਸੇ ਦੇ ਨਾਲ ਹੀ ਜਿਹੜੀ ਇਹ ਗੱਲ ਕੋਈ ਛੋਟੀ ਗੱਲ ਨਹੀਂ,
ਚੀਫ ਮਿਨਿਸਟਰ ਸਾਹਿਬ ਨੂੰ ਇਸ ਦੇ ਵਿੱਚ ਆਪ ਇਸ ਦੇ ਵਿੱਚ ਕੁੱਦਣਾ ਚਾਹੀਦਾ ਸੀ। ਇਸ ਚੀਜ਼ ਦੇ ਉੱਤੇ ਉਹਨਾਂ ਨੂੰ ਗੰਭੀਰਤਾ ਦੇ ਨਾਲ ਪੁਲਿਸ ਦੇ ਨਾਲ ਗੱਲਬਾਤ ਕਰਕੇ ਸਾਰਾ ਇਸ ਦਾ ਜਿਹੜਾ ਇਹਦੀ ਸੀਗੀ ਇਨਕੁਆਇਰੀ ਪਾਉਣੀ ਚਾਹੀਦੀ ਸੀ। ਲੇਕਿਨ ਪੰਜਾਬ ਸਰਕਾਰ ਇਸ ਗੱਲ ਦੇ ਵਿੱਚੋਂ ਵੀ ਫੇਲ ਹੋ ਚੁੱਕੀ ਹੈ। ਕਿਉਂ ਅੱਜ ਜੇ ਉਸ ਦੇ ਬੱਚੇ ਦੀ ਜਦੋਂ ਮੌਤ ਹੋ ਗਈ ਹੈ ਉਸ ਤੋਂ ਬਾਅਦ ਉਹਦੇ ਘਰ ਜਾਣ ਨੂੰ, ਅਫਸੋਸ ਦੇ ਉੱਤੇ ਜਾਣ ਨੂੰ ਅੱਜ ਲਾਈਨਾਂ ਲੱਗੀਆਂ ਹਨ। ਉਹਨਾਂ ਨੇ ਕੀ ਕਰਨਾ? ਉਹਨਾਂ ਦਾ ਬੱਚਾ ਕੀ ਵਾਪਸ ਆ ਜਾਏਗਾ? ਕਿ ਉਹਨਾਂ ਦੇ ਪਰਿਵਾਰ ਦੇ ਬੱਚਿਆਂ ਦੇ ਪੇ ਜਿਹੜਾ ਆ ਉਹ ਚਲੇ ਗਿਆ, ਉਹਨਾਂ ਨੂੰ ਬੱਚਾ ਪੇ ਮਿਲ ਜਾਏਗਾ? ਕਦੀ ਨਹੀਂ ਮਿਲੇਗਾ। ਲੇਕਿਨ ਕੁਐਸਚਨ ਮਾਰਕ ਰਹਿ ਜਾਂਦਾ ਹੈ ਕਿ ਕੀ ਇਹ ਇਸ ਤਰ੍ਹਾਂ ਹੀ ਹੁੰਦਾ ਰਹੇਗਾ ਭਾਰਤ ਦੇਸ਼ ਦੇ ਅੰਦਰ, ਜਾਂ ਇਸ ਤੋਂ ਅੱਗੇ ਵੱਧ ਕੇ ਹੋਵੇਗਾ, ਜਾਂ ਇਸ ਨੂੰ ਨੱਥ ਪਾਉਣ ਲਈ ਕੋਈ ਸਰਕਾਰ ਠੋਸ ਕੰਮ ਕਰੇਗੀ? ਮੈਂ ਹੋਰ ਇਸ ਦੇ ਨਾਲ ਹੀ ਅੱਜ ਜਿਹੜੀ ਦੂਸਰੀ ਘਟਨਾ ਦੀ ਵੀ ਗੱਲ ਕਰਦਾ ਜਾਵਾਂ, ਫਿਰ ਤੈਨੂੰ ਜੀ ਮੈਂ ਤੁਹਾਡੇ ਵੱਲ ਆਉਣਾ ਬਾਅਦ 'ਚ। ਪੰਜਾਬ ਦੇ ਵਿੱਚ ਪੰਜਾਬ ਦੀ ਰਾਮਦੇਵ ਬਾਬੇ ਦੀ ਗੱਲ ਕਰ ਲਓ। ਉਸਨੇ ਕੱਲ੍ਹ ਪਰਸੋਂ ਦਾ ਜੋ ਬਵਾਲ ਉਠਾਇਆ ਆ, ਉਸ ਦੇ ਉੱਤੇ ਦੇਖਣ ਵਾਲੀ ਗੱਲ, ਜੋ ਮਲਟੀ ਮਿਲੀਅਨੇਰ ਆ, ਜੋ ਬਿਜ਼ਨਸ ਦੇ ਵਿੱਚੋਂ ਬਣਿਆ ਹੋਇਆ ਹੈ, ਉਹਨੇ ਬੰਦੇ ਨੇ ਉਸਨੇ ਸਾਡੇ ਸਮਾਜ ਦੇ ਉੱਤੇ ਬਾਮ ਸੇਫ ਦੇ ਉੱਤੇ ਲਾ ਲਓ, ਜਾਂ ਪ੍ਰਕਾਰਿਆ ਦੇ ਉੱਤੇ ਲਾ ਲਓ, ਜਾਂ ਅੰਬੇਡਕਰ ਜੀ ਦੇ ਉੱਤੇ ਲਗਾ ਲਓ, ਉਹਨੇ ਬਹੁਤ ਹੀ ਭੱਦੀ ਟਿੱਪਣੀ ਕੀਤੀ ਆ। ਉਹ ਇੱਥੇ ਵਿਚਾਰਕ ਅੱਤਵਾਦੀ ਤੱਕ ਉਸਨੇ ਕਹਿ ਦਿੱਤਾ ਉਹਨਾਂ ਨੂੰ। ਅਤੇ ਇਹ ਜਿਹੜੀ ਚੀਜ਼ ਆ, ਕੀ ਇਹ ਗੌਰਮੈਂਟਾਂ ਆਪ ਕਰਵਾ ਰਹੀਆਂ ਹਨ, ਜਾਂ ਇਹ ਸੋਚੀ ਸਮਝੀ ਚਾਲ ਹੈ ਗੌਰਮੈਂਟਾਂ ਦੀ? ਕੀ ਉਹ ਸਾਨੂੰ ਪਰਖਣਾ ਚਾਹੁੰਦੇ ਹਨ? ਕਦੀ ਉਹ ਮੰਦਰ ਢਾਹ ਦਿੱਤਾ ਜਾਂਦਾ ਹੈ ਸਤਿਗੁਰੂ ਦਾਸ ਮਹਾਰਾਜ ਦਾ ਦਿੱਲੀ ਦੇ ਵਿੱਚ, ਕਦੀ ਕੋਈ ਅਤਿਆਚਾਰ ਕੀਤੇ ਜਾਂਦੇ, ਕਿਤੇ ਭਗਵਾਨ ਵਾਲਮੀਕ ਮਹਾਰਾਜ ਦਾ ਮੰਦਰ ਢਾਹ ਦਿੱਤਾ ਜਾਂਦਾ, ਕਿਤੇ ਗੁਰੂ ਨਾਨਕ ਮਹਾਰਾਜ ਦੇ ਮੰਦਰ ਗੁਰਦੁਆਰੇ ਢਾਹ ਦਿੱਤੇ ਜਾਂਦੇ। ਕੀ ਇਹ ਚਾਹੁੰਦੇ ਹਨ? ਕੀ ਇਹ ਸਾਡੇ ਕੋਲੋਂ ਕੀ ਲੈਣਾ ਚਾਹੁੰਦੇ ਹਨ? ਕੀ ਇਹ ਸਾਡੀ ਤਾਕਤ ਦੇਖਣਾ ਚਾਹੁੰਦੇ ਆ? ਕਦੀ ਕੋਰਾ ਗਾਉਂ ਦੇ ਵਿੱਚ ਇਹ ਸਾਡੇ ਨਾਲ ਅਤਿਆਚਾਰ ਕਰਦੇ ਹਨ, ਉੱਥੇ ਮਾਰ ਦਿੱਤੇ ਜਾਂਦੇ, ਬੱਚੇ ਮਾਰ ਦਿੱਤੇ ਜਾਂਦੇ, ਜੇਲ੍ਹਾਂ 'ਚ ਸੱਟ ਦਿੱਤੇ ਜਾਂਦੇ ਹਨ। ਗੌਰਮੈਂਟ ਨੂੰ ਇਸ ਦੇ ਬਾਰੇ ਸੋਚਣਾ ਪਊਗਾ। ਇਹ ਨਹੀਂ ਕਿ ਘੱਟ ਗਿਣਤੀ ਜਾਂ ਵੱਧ ਗਿਣਤੀ ਦੇ ਲੋਕ ਹਨ, ਸਾਡੀ ਮੈਜੋਰਟੀ ਬਹੁਤ ਹੈ। ਫਿਰ ਅਸੀਂ ਗੱਲ ਸਾਡੀ ਮੈਜੋਰਟੀ ਦੇ ਨਾਲ ਹੀ ਜਦੋਂ ਸਾਡੇ 'ਤੇ ਅਤਿਆਚਾਰ ਹੁੰਦਾ ਹੈ। ਅੱਜ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਪੰਜਾਬ ਦੇ ਵਿੱਚ ਨਹੀਂ, ਭਾਰਤ ਦੇਸ਼ ਦੇ ਵਿੱਚ ਸਾਡੇ ਜਿਹੜੇ ਲੋਕ ਆ ਜਾਗਰੂਕ ਹੋ ਚੁੱਕੇ ਹਨ, ਉੱਠ ਖੜੇ ਹੋਏ ਹਨ। ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਕਹਿੰਦੇ ਹਟੇ ਹਾਂ ਕਿ ਵੱਖਰੀ ਵੱਖਰੀ ਜਾਤ ਦੇ ਲੋਕਾਂ ਨੇ ਇਹ ਕੰਮ ਕੀਤੇ, ਲੇਕਿਨ ਅੱਜ ਉਹ ਵੱਖਰੀ ਵੱਖਰੀਆਂ ਜਾਤਾਂ ਵੀ ਇਕੱਠੇ ਹੋ ਕੇ ਇੱਕ ਮੰਚ ਬਣ ਰਿਹਾ ਹੈ। ਮੰਚ ਬਣ ਕੇ ਉਹ ਆਪਣੇ ਅੱਗੇ ਜਾ ਕੇ ਜਿਹੜਾ ਪ੍ਰੋਟੈਸਟ ਕਰਨ ਲਈ ਤਿਆਰ ਹੋ ਰਹੇ ਹਨ। ਸਾਨੂੰ ਇਹਨਾਂ ਚੀਜ਼ਾਂ ਤੋਂ ਸਾਵਧਾਨ ਰਹਿਣਾ ਪਊਗਾ। ਸਾਨੂੰ ਇਹਨਾਂ ਦਾ ਮੁਕਾਬਲਾ ਕਰਨ ਲਈ ਹਰ ਤੱਟ ਪਰ ਸਾਨੂੰ ਹਰ ਹਾਲਤ ਤੱਕ ਜਾਣਾ ਪਊ, ਜਿੱਥੇ ਤੱਕ ਵੀ ਇਹ ਜਾਣਾ ਚਾਹੁੰਦੇ ਆ। ਹੈਲੋ ਜਗਦੇਵ ਜੀ। ਹੈਲੋ ਹਾਂਜੀ ਵੀਰ ਜੀ, ਕੀ ਮਸਲਾ ਚੱਲ ਰਿਹਾ ਅੱਜ? ਹਾਂਜੀ, ਕੌਣ ਬੋਲ ਰਹੇ ਜੀ ਵੀਰ ਜੀ? ਮੈਂ ਹਰਨੇਕ ਸਿੰਘ ਗੁਰਦਾਸਪੁਰ ਜੀ ਬੋਲ ਰਿਹਾ ਜੀ। ਹਾਂਜੀ ਭਾਜੀ, ਤੇ ਆਪਣੇ ਜਿਹੜੇ ਪੰਜਾਬ ਦੇ ਵਿੱਚ ਇੱਕ ਲੜਕੇ ਨੂੰ ਉਹਦਾ ਜਿਹੜੇ ਲੱਤਾਂ ਦੇ ਉੱਤੋਂ ਮਾਸ ਖਿੱਚਿਆ ਜੰਬੂਰ ਦੇ ਨਾਲ, ਜਿਹਨੂੰ ਪਲਾਸ ਕਹਿੰਦੇ ਆਪਾਂ, ਤੇ ਉਹਦੇ ਉੱਤੇ ਫਿਰ ਉਹਦੇ ਉੱਤੇ ਤੇਜ਼ਾਬ ਪਾਇਆ, ਫਿਰ ਉਸਨੇ ਪਾਣੀ ਮੰਗਿਆ ਤਾਂ ਉਹਨੂੰ ਪਿਸ਼ਾਬ ਪਿਲਾਇਆ ਗਿਆ ਪੰਜਾਬ ਦੇ ਵਿੱਚ, ਸੰਗਰੂਰ ਦੇ ਵਿੱਚ ਜੀ। ਇਹ ਸਾਰੀਆਂ ਕੈਪਟਨ ਦੀਆਂ ਚਾਲਾਂ ਜੀ। ਜੀ ਇਹ ਤਾਂ ਕਿਸੇ ਗੌਰਮੈਂਟ ਵੀ, ਮੈਂ ਗੱਲ ਇਹ ਕਹਿ ਰਿਹਾ, ਸਾਨੂੰ ਗੌਰਮੈਂਟ ਨਾਲ ਕਿਸੇ ਨਾਲ ਲਿੰਕ ਨਹੀਂ ਸਾਡਾ। ਜਿਹੜੀ ਵੀ ਗੌਰਮੈਂਟ ਹੈ ਉਹ ਜਿਹੜਾ ਕੰਮ ਕਰਦੀ ਹੈ ਗਲਤ ਕੰਮ ਕਰ ਰਹੀ ਹੈ। ਬਿਲਕੁਲ ਗਲਤ ਕੰਮ ਕਰ ਰਹੀ ਜੀ। ਉਹਨੂੰ ਇਹ ਨਹੀਂ ਪਤਾ ਵੀ ਮੇਰੇ ਪੰਜਾਬ 'ਚ ਕੀ ਹੋ ਰਿਹਾ। ਉਹ ਸਿਰਫ ਅਰੂਸਾ ਆਲਮ ਦੇ ਮਗਰ ਤੁਰਿਆ ਫਿਰਦਾ, ਜੋ ਉਹਨੂੰ ਚਾਹੀਦਾ ਸਮਾਨ ਉਹ ਲੈ ਕੇ ਖਰੀਦਦਾ, ਬਾਹਰ ਕੀ ਕਰ ਰਿਹਾ ਹੈ ਜੀ। ਜੀ ਮੈਂ ਉੱਥੇ ਪੰਜਾਬ 'ਚ ਮਦਦ ਨੂੰ ਗੋਲੀ ਮਾਰ ਕੇ ਵਾਰਸ ਗੋਲੀ ਮਾਰਦਾ ਸਿੱਧੀ ਉਹਦੇ ਸਿਰ। ਚਲੋ ਧੰਨਵਾਦ ਜੀ, ਥੈਂਕ ਯੂ ਵੀਰ ਜੀ, ਥੈਂਕ ਯੂ। ਹੈਲੋ ਜਗਦੇਵ ਜੀ। ਹੈਲੋ, ਅੱਛਾ ਜੀ, ਤੇ ਸਾਡੀ ਕਾਲ ਡਰੋਪ ਹੋ ਗਈ ਆ। ਇਹ ਤਨੂ ਜੀ, ਮੈਂ ਗੱਲ ਕਰਦਾ ਸੀ ਤੁਹਾਡੇ ਨਾਲ, ਜਦੋਂ ਤੁਸੀਂ ਤੁਹਾਡਾ ਪ੍ਰੋਫੈਸ਼ਨ ਹੈ ਤਾਂ ਟੀਚਿੰਗ ਦਾ ਹੋ ਗਿਆ। ਦੂਸਰੀ ਗੱਲ ਤੁਸੀਂ ਦੱਸਿਆ ਕਿ ਤੁਸੀਂ ਸਿੰਗਰ ਵੀ ਹੋ ਤੇ ਡਾਂਸਰ भी हो। इसके बारे थोड़ा जा कोई? हाँ जी। शौक़ी तौर पे, क्योंकि मेरा वो स्वभाव रहा है कि मैं हर फील्ड में कुछ ना कुछ नया या कुछ ना कुछ अलग सीखना चाहती हूँ। तो उस वजह से मेरा डांसिंग और सिंगिंग से हमेशा बचपन से ही बहुत ज़्यादा क्रेज़ रहा मुझे। तो इसलिए मैंने अपने आप को दोनों फील्ड्स में परखा। मैं दोनों तरफ गई। मैंने डांसिंग भी सीखी, मैंने सिंगिंग भी थोड़ा थोड़ा किया। तो अपने आप को एक्सप्लोर करने के लिए, अपने आप को ज़्यादा अच्छे से और उभारने के लिए मैं हर फील्ड में गई। मैं ये नहीं कहूँगी कि हम इंसान हैं तो हम एक ही फील्ड में रहकर रिस्ट्रिक्ट हो जाते हैं कि अगर मैं टीचर हूँ तो मैं टीचिंग ही करूँगी। रादर अगर आप अलग अलग जगह पे जाते हैं, आप अलग अलग लोगों से मिलते हैं, आप पूरी यूथ के सामने आते हैं, तो उससे आपको नई चीज़ें सीखने को मिलती हैं, आपको नया अनुभव होता है अपनी ज़िंदगी में। आप एक्सपीरियंस करते कि आप किस लायक हैं या आप किस फील्ड में सबसे अच्छा कर सकते हैं। तो उसी को मद्देनज़र रखते हुए मैंने अपना सिंगिंग में भी हाथ मैंने थोड़ा आजमाया, डांसिंग में भी आजमाया, जो ट्रेडिशनल डांसिंग होती है या लोगों को सिखाने के माध्यम से, उसके अंदर मैंने अपना आप को
परखा कि मैं कितना अच्छा उसमें कर सकती हूँ। ਅਨੂ ਜੀ ਤੇ ਹੈਲੋ ਜੈਗਦੇਵ ਜੀ। ਹੈਲੋ ਹੈਲੋ ਜੈਗਦੇਵ ਜੀ। ਹੈਲੋ ਜੈ ਗੁਰਦੇਵ ਜੈ ਭੀਮ। ਹਾਂਜੀ ਭੈਣ ਜੀ ਰਤੂ ਜੀ ਕਿੱਥੇ ਗੁਆਚੇ ਹੋਏ ਸੀ? ਹਾਂਜੀ ਮੈਂ ਇੰਡੀਆ ਗਈ ਸੀ ਭਾਜੀ। ਅੱਛਾ ਕਿੱਦਾਂ ਠੀਕ ਠਾਕ ਰਹੇ? ਹਾਂਜੀ ਠੀਕ ਠਾਕ ਹੈ, ਮੈਂ 2 ਮਹੀਨੇ ਰਹਿ ਕੇ ਆਈ ਹਾਂ। ਚਲੋ ਠੀਕ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਮੈਂ ਇੰਡੀਆ ਦੀ ਤੁਹਾਨੂੰ ਗੱਲ ਸਟੋਰੀ ਦੱਸਦੀ ਹਾਂ। ਆਪਾਂ ਤਾਂ ਇੱਥੇ ਬਹੁਤ ਰੌਲੀ ਪਾਉਂਦੇ ਆ ਜੀ। ਜਦੋਂ ਕੋਈ ਵੀ ਉੱਥੇ ਗੱਲ ਹੁੰਦੀ ਘਟਨਾ ਘਟਦੀ ਆ ਜੀ। ਪਰ ਉੱਥੇ ਆਏ ਲੋਕਾਂ ਨੂੰ ਕੁਝ ਹੈ ਹੀ ਨਹੀਂ ਪਤਾ ਵੀ। ਠੀਕ। ਉਹ ਸੋਚਦੇ ਹੀ ਨਹੀਂ ਇਸ ਗੱਲ ਨੂੰ, ਉਹ ਕਹਿੰਦੇ ਤੁਸੀਂ ਤਾਂ ਐਵੇਂ ਰੌਲੀ ਪਾਉਂਦੇ ਆ ਜੀ। ਤਾਂ ਹੀ ਸਾਡੇ ਨਾਲ ਇਦਾਂ ਹੁੰਦੀਆਂ। ਹੁਣ ਏਡਾ ਵੱਡਾ ਆਹ ਜਿਹੜੀ ਗੱਲ ਹੋਈ ਆ, ਹਾਂਜੀ, ਇੰਡੀਆ ਵਾਲੇ ਲੋਕਾਂ ਨੂੰ ਕੋਈ ਫਿਕਰ ਨਹੀਂ ਕਿਸੇ ਦਾ ਵੀ, ਉੱਥੇ ਆਪਣਾ ਆਪਣਾ ਹੀ ਫਿਕਰ ਆ ਜੀ। ਤੇ ਤਾਂ ਹੀ ਸਾਡੇ ਨਾਲ ਇਦਾਂ ਹੁੰਦੀ ਆ। ਨੇ ਭੈਣ ਜੀ ਕੀ ਕਰਨਾ ਕੀ ਚਾਹੀਦਾ ਸਾਨੂੰ ਇਸ ਕੰਮ ਦੇ ਬਾਰੇ? ਸਾਨੂੰ ਇਸ ਕੰਮ ਦੇ ਵਿੱਚ ਕਰਨਾ ਇਹੀ ਚਾਹੀਦਾ, ਪਹਿਲਾਂ ਤਾਂ ਜਿਹੜੇ ਸਾਡੇ ਮੋਹਰੇ ਗਏ ਹੋ ਆ, ਹਾਂਜੀ, ਸਾਨੂੰ ਉਹਨਾਂ ਨੂੰ ਜ਼ੋਰ ਪਾਉਣਾ ਚਾਹੀਦਾ ਜੀ। ਉਹਨਾਂ ਨੂੰ ਜ਼ੋਰ ਪਾਉਣਾ ਚਾਹੀਦਾ ਵੀ ਜਦ ਅਸੀਂ ਬਣਾ ਦੇਖੋ ਅਸੀਂ ਵੋਟਾਂ ਦੇ ਕੇ ਤੁਹਾਨੂੰ ਜਿਤਾ ਕੇ ਭੇਜਿਆ ਆ। ਹਾਂਜੀ। ਉਹਨਾਂ ਨੂੰ ਤੁਹਾਨੂੰ ਸਾਡੇ ਬਦਲੇ ਨਹੀਂ ਕੁਝ ਕਰਨਾ ਚਾਹੀਦਾ ਵੀ ਤੁਸੀਂ ਇੱਥੇ ਬੈਠੇ ਕੀ ਕਰਦੇ ਆ ਜੀ। ਉਦੋਂ ਜਦੋਂ ਕੋਈ ਇਦਾਂ ਦੀ ਘਟਨਾ ਹੁੰਦੀ ਆ ਤਾਂ ਉਹ ਚੁੱਪ ਕਰਕੇ ਬਹਿ ਜਾਂਦੇ ਆ। ਮੈਂ ਭੈਣ ਜੀ ਇੱਕ ਗੱਲ ਮੈਂ ਤੁਹਾਨੂੰ ਕਰਦਾ, ਜਦੋਂ ਤੁਸੀਂ ਆਪਾਂ ਇਹ ਗੱਲ ਕਰਦੇ ਆ ਜਿਹੜੇ ਅਸੀਂ ਮੋਹਰੀ ਬਣਾ ਕੇ ਭੇਜਦੇ ਜਾਂ ਸਾਡੇ ਇਲੈਕਸ਼ਨ ਨੂੰ ਜਿੱਤ ਕੇ ਜਾਂਦੇ ਆ, ਇਹ ਗੱਲ ਮੈਂ 1-2 ਵੀਕ ਜਾਂ 4 ਵੀਕਾਂ ਪਹਿਲਾਂ ਕੀਤੀ ਤੇ ਦਿੱਲੀ ਤੋਂ ਮੈਨੂੰ ਇੱਕ ਲੈਟਰ ਆ ਗਿਆ ਉਸੇ ਵੇਲੇ ਹੀ। ਹਾਂਜੀ। ਵੀ ਤੁਸੀਂ ਗਵਰਨਮੈਂਟ ਦੇ ਵਰਖਲਾਫ ਇਹ ਜਿਹੜੀ ਗੱਲਬਾਤ ਕਰਦੇ ਆ ਇਹ ਬੰਦ ਕਰ ਦਿਓ। ਇਹ ਸਾਡੇ ਮਤਲਬ ਕੀ ਫਿਰ ਤੁਸੀਂ ਸਾਡੇ ਕੋਲ ਵੋਟਾਂ ਲੈਣ ਕਾਤੇ ਆਉਂਦੇ? ਨਹੀਂ, ਸਾਡੇ ਬੰਦੇ ਇੱਥੋਂ ਜੰਗ ਲੈਣ ਤੋਂ ਜਾ ਕੇ ਉੱਥੇ ਜਿਹੜੀ ਜਿਹਨੂੰ ਕਹਿੰਦੇ ਆ ਵੀ ਗਦਾਰੀ ਕਰਦੇ ਆ, ਉੱਥੇ ਜਾ ਕੇ 2-2 ਮਹੀਨੇ ਹੋਟਲਾਂ 'ਚ ਰਹਿ ਕੇ ਇਹ ਸਟੋਰੀਆਂ ਉਹਨਾਂ ਨੂੰ ਦੱਸ ਕੇ ਆਉਂਦੇ ਕਿਹੜੇ ਟੀਵੀ ਤੇ ਕੀ ਹੁੰਦਾ, ਕਿਹੜਾ ਬੰਦਾ ਕੌਣ ਬੋਲਦਾ, ਕਿਹੜਾ ਕੀ ਬੋਲਦਾ ਹੈ। ਤੇ ਅਸੀਂ ਕੀ ਕਰੀਏ? ਕਿਹਨਾਂ ਦਾ ਆ ਫਿਰ ਦੱਸੋ, ਇਹ ਸਾਡੇ ਲੋਕਾਂ ਦਾ ਕਸੂਰ ਜਿਹੜੇ ਜਾ ਕੇ ਉੱਥੇ ਇਹ ਗੱਲਾਂ ਕਰਦੇ ਆ? ਤੇ ਕਸੂਰ ਤਾਂ ਸਾਡੇ ਲੋਕਾਂ ਦਾ ਹੀ ਆ। ਅਸੀਂ ਕਾਹਦੇ ਉਹਨਾਂ ਬਦਲੇ? ਮੈਂ ਤਾਂ ਇਹ ਵੀ ਪਰ ਉਹਨਾਂ ਲੋਕਾਂ ਨੂੰ, ਪਰ ਭੈਣ ਜੀ ਉਹਨਾਂ ਲੋਕਾਂ ਨੂੰ ਅਸੀਂ ਅਸੀਂ ਤਾਂ ਇੱਥੇ ਆਉਣਾ ਨਹੀਂਗਾ ਜੀ ਭੈਣ ਜੀ, ਪਰ ਉਹਨਾਂ ਲੋਕਾਂ ਨੂੰ ਅਸੀਂ ਪ੍ਰੈਜੈਂਟਰ ਬਣਾ ਕੇ ਦੂਸਰੇ ਮੀਡੀਆ ਦੇ ਉੱਤੇ ਅਸੀਂ ਉਹਨਾਂ ਨੂੰ ਅੱਗੇ ਲਿਆ ਰਹੇ ਹਾਂ। ਇਹ ਕਿੰਨੀਆਂ ਸਾਡੀਆਂ ਗਲਤੀਆਂ ਆ। ਹਾਂਜੀ ਠੀਕ ਹੈ। ਜਦ ਅਸੀਂ ਸਾਡਾ ਆਪਣਾ ਹੀ ਨਹੀਂ ਇੱਕ ਆ। ਹਾਂਜੀ। ਤੇ ਹੁਣ ਅਸੀਂ ਕਿਸੇ ਨੂੰ ਕੀ ਕਹਿ ਸਕਦੇ? ਹੁਣ ਸਾਡੇ ਗੁਰੂ ਰਵਿਦਾਸ ਦੀ ਇੰਨੀ ਜਗ੍ਹਾ ਸੀਗੀ, ਸਾਰੀ ਰੋਕੀ ਹੈ। ਜੇ ਸਾਡਾ ਏਕਾ ਹੁੰਦਾ ਤਾਂ ਰੋਕਦੇ। ਧੰਨਵਾਦ ਭੈਣ ਜੀ, ਬਹੁਤ ਬਹੁਤ ਧੰਨਵਾਦ। ਹੈਲੋ ਜਗਦੇਵ ਜੀ। ਹੈਲੋ 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 ਜਗਦੇਵ ਜੀ। ਹਾਂਜੀ ਕਲੇਰ ਸਾਹਿਬ, ਜਗਦੇਵ ਜੀ। ਹਾਂਜੀ ਵੀਰ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਜੀ ਪਿਆਰੇ ਲਾਲ ਬੰਗੜ। ਹਾਂਜੀ ਬੰਗੜ ਜੀ। ਹਾਂਜੀ ਹਾਂਜੀ ਪਿਆਰੇ ਲਾਲ ਬੰਗੜ ਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹੁੰਦਾ ਕਲੇਰ ਸਾਹਿਬ, ਇਹ ਤਾਂ ਜ਼ੁਲਮ ਦਾ ਅੰਤ ਆ ਗਿਆ ਜੀ। ਮੈਂ ਕੁਝ ਲੈਣਾ ਤੁਹਾਨੂੰ ਕਵਿਤਾ ਰਾਹੀਂ ਸੁਣਾਉਣਾ ਚਾਹੁੰਦਾ, ਜੇ 2 ਮਿੰਟ ਦੇ ਦਿਓ। ਜੀ ਜੀ, ਸ਼ਾਰਟ ਰੱਖਿਓ। ਹਾਂਜੀ। ਕਿ ਭਾਰਤ ਕਹੀ ਬਗੀ ਹੈ ਹਵਾ। ਯਾਦ ਰੱਖਣਾ, ਅਸੀਂ ਭਾਰਤ ਨੂੰ ਪਿਆਰ ਕਰਦੇ ਹਾਂ, ਭਾਰਤ ਨਾਲ ਸਾਡਾ ਕੋਈ ਬੈਰ ਨਹੀਂ, ਠੀਕ ਹੈ, ਦੁਸ਼ਮਣੀ ਨਹੀਂ, ਪਰ ਜੋ ਹੋ ਰਿਹਾ ਉਹ ਮੈਂ ਕਹਿਣਾ ਆ ਜੀ। ਕਿ ਭਾਰਤ ਕਹੀ ਬਗੀ ਹੈ ਹਵਾ, ਤੋਬਾ ਜ਼ੁਲਮਾਂ ਦਾ ਰਿਹਾ ਨਹੀਂ ਇੰਤਹਾ ਜੀ। ਮਾਸੂਮ ਦੇ ਹੌਕੇ ਰੋ ਰਹੇ, ਇਹ ਨਿਤ ਨਿਹੱਕੇ ਖੂਨ ਹੋ ਰਹੇ ਜੀ। ਬੇਗੁਨਾਹਾਂ ਨੂੰ ਕਿਉਂ ਨਹੀਂ ਮਿਲਦੀ ਇੱਥੇ ਸਜ਼ਾ? ਕਿਉਂ ਨਹੀਂ ਮਿਲਦੀ ਇੱਥੇ ਸਜ਼ਾ? ਜੀ। ਵਿਦੇਸ਼ੀਆਂ ਦੇ ਖੂਨ ਨਾਲ ਖੇਲਦੇ ਇਹ ਹੋਲੀ, ਗਰੀਬਾਂ ਦਾ ਲਹੂ ਇਹਨਾਂ ਦੀ ਜਲਬਾ ਰੰਗੋਲੀ। ਜੀ। ਰਜਵਾੜਾ ਸ਼ਾਹੀ ਟੋਲੀ ਇੱਕੋ ਹੀ ਬੋਲੀ, ਨਫ਼ਰਤ ਦਾ ਹੰਗਾਮਾ ਇਹ ਰਹੇ ਕਹਿਰ ਮਚਾ, ਭਾਰਤ ਕਹੀ ਵਗੀ ਹੈ ਹਵਾ। ਇਹ ਲਹੂ ਲਹਾਨ ਆਪਣੇ ਹੀ ਕਰਦੇ ਨੇ, ਉਹ ਕਿਹੜੇ ਬਗਾਨੇ ਜੋ ਚੀਂਡਾਂ ਵਾਲਾ ਸਾਡਾ ਗਰੀਬਾਂ ਦਾ ਖੂਨ ਆਪਣੇ ਖੂਨ ਨਾਲ ਢਿੱਡ ਭਰਦੇ ਨੇ। ਗੈਰ ਧਾਰਮੀਆਂ ਤਾਂ ਸਿਰਫ ਧਨ ਹੀ ਲੁੱਟਿਆ ਸੀ, ਇਹ ਤਾਂ ਇੱਜ਼ਤਾਂ ਲੁੱਟ ਕੇ ਦਿੰਦੇ ਨੇ ਦਰਖਤਾਂ ਤੇ ਲਟਕਾ, ਭਾਰਤ ਕਹੀ ਵਗੀ ਇਹ ਹਵਾ। ਥੈਂਕ ਯੂ ਸਾਹਿਬ, ਮੇਰੀ ਕਵਿਤਾ ਬਹੁਤ ਲੰਬੀ ਆ, ਮੈਂ ਤੁਹਾਨੂੰ ਜੇ ਕਹੂੰ ਤਾਂ ਸਾਰੀ ਸੁਣਾਵਾਂ, ਰੌਂਗਟੇ ਖੜਦੇ ਮੇਰੀਆਂ ਗੱਲਾਂ ਦੇ ਵਿੱਚ। ਆਪਾਂ ਨਹੀਂ, ਸਾਡੇ ਭਾਜੀ ਸਾਡੇ ਕੋਲ ਕਾਲ ਆ, ਇਸ ਕਰਕੇ ਅਸੀਂ ਬੰਗੜ ਜੀ ਜਿੰਨਾ ਤੁਸੀਂ ਕੀਤਾ ਇਹਦੇ ਵਿੱਚ ਵੀ ਦਰਦ ਜਿਹੜਾ 2 ਲਾਈਨਾਂ ਦੇ ਵਿੱਚ ਵੀ ਤੁਸੀਂ ਦਰਦ ਸਾਰਾ ਦੱਸ ਦਿੱਤਾ। ਹੈਲੋ ਜਗਦੇਵ ਜੀ। ਜੈ ਗੁਰਦੇਵ ਜੀ, ਕਿੱਦਾਂ? ਠੀਕ ਠਾਕ ਹੋ ਜੀ? ਹਾਂਜੀ ਵੀਰ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਸੌਥਾਲ ਤੋਂ ਬੋਲ ਰਿਹਾ ਜੀ। ਮੈਂ ਤੁਹਾਡਾ ਪ੍ਰੋਗਰਾਮ ਦੇਖਦਾ ਸੀਗਾ ਜੀ। ਹਾਂਜੀ। ਤੇ ਬੜੀ ਦੁੱਖ ਲੱਗਾ ਕਿ ਉਹ ਮੁੰਡੇ ਨੇ ਇਹਨਾਂ ਨਾਲ ਜ਼ੁਲਮ ਕੀਤਾ ਜੀ। ਤੇ ਔਰ ਸਭ ਤੋਂ ਪਹਿਲਾਂ ਜੀ ਮੈਂ ਕਹਿਣਾ ਚਾਹੁੰਦਾ ਭੈਣ ਜੀ ਉਹਨਾਂ ਨੂੰ, ਭਾਜੀ ਉਹਨਾਂ ਨੂੰ ਵੈਲਕਮ ਜੀ ਇੰਗਲੈਂਡ ਦੇ ਵਿੱਚ। ਧੰਨਵਾਦ ਜੀ। ਹਾਂਜੀ। ਤੇ ਸਿਆਣੇ ਕਹਿੰਦੇ ਆ ਹੱਥੀਂ ਬਾਜ ਕਰਾ ਰਿਹਾ ਵੈਰੀ ਮਤ ਨਾ ਆਏ। ਠੀਕ ਜੀ। ਜੇ ਤੁਸੀਂ ਇੱਕ ਦਾ ਜਵਾਬ ਪੱਥਰ ਨਹੀਂ ਦਿੰਦੇ ਨਾ ਜੀ, ਇਹ ਇੱਦਾਂ ਹੀ ਜ਼ੁਲਮ ਹੋਈ ਜਾਣਾ ਜੀ। ਇਹ ਸਭ ਕੁਝ ਇੱਦਾਂ ਹੀ ਹੋਣਾ। ਜਿੰਨਾ ਚਿਰ ਤੁਸੀਂ ਆਪ ਨਹੀਂ ਕੁਛ ਕਰਦੇ, ਹਾਂਜੀ, ਦੂਜੇ ਇਨਸਾਨ ਨੇ ਤੁਹਾਡੇ ਤੇ ਤਰਸ ਨਹੀਂ ਕਰਨਾ। ਠੀਕ।
ਸਿਆਣੇ ਗੁਰੂ ਸਾਹਿਬ ਗੁਰਬਾਣੀ ਵਿੱਚ ਕਹਿੰਦੇ ਆ, ਜਬ ਬਾਣ ਲੱਗੂ ਤਾਹਾਂ ਰੋਹ ਚੱਕ। ਜੀ ਇਸ ਕਰਕੇ ਜ਼ੁਲਮ ਦਾ ਮੁਕਾਬਲਾ ਕਰਨ ਲਈ ਤੁਹਾਨੂੰ ਪੱਥਰ ਚੱਕਣਾ ਪੈਣਾ ਤੇ ਤਾਂ ਲੋਕਾਂ ਦੇ ਨੱਥ ਪੈਣੀ ਆ, ਉਹਦਾ ਜ਼ੁਲਮ ਹੋ ਹੀ ਜਾਣਾ ਜੀ। ਧੰਨਵਾਦ ਵੀਰ ਜੀ, ਇਹੀ ਕਹਿਣਾ ਚਾਹੁੰਦਾ ਸੀ। ਜੈ ਗੁਰਦੇਵ ਜੀ। ਜੈ ਗੁਰਦੇਵ ਵੀਰ ਜੀ, ਬਹੁਤ ਬਹੁਤ ਧੰਨਵਾਦ। ਦੇਖੋ ਹਰੇਕ ਦੇ ਜਜ਼ਬਾਤ ਹਨ, ਜਦੋਂ ਸਾਡੇ ਉੱਤੇ, ਸਾਡੇ ਭੈਣ ਭਰਾ ਦੇ ਉੱਤੇ ਕੋਈ ਅਤਿਆਚਾਰ ਹੁੰਦਾ ਹੈ ਤੇ ਸਾਡਾ ਵੀ ਖੂਨ ਖੌਲਦਾ ਹੈ। ਉਹ ਜਦੋਂ ਖੂਨ ਖੌਲਦਾ ਹੈ ਉਸ ਦੇ ਵਿੱਚ ਜਿਹੜੀ ਗੱਲ ਅਸੀਂ ਕਰਦੇ ਹਾਂ ਉਹ ਸੱਚ ਦੀ ਗੱਲ ਕਰਦੇ ਆ। ਸਾਡੇ ਨਾਲ ਅਤਿਆਚਾਰ ਸਾਡੇ ਉੱਤੇ ਵੱਧਦਾ ਜਾ ਰਿਹਾ ਹੈ, ਇਸ ਕਰਕੇ ਇਹ ਗੱਲ ਕੀਤੀ ਜਾਂਦੀ ਆ। ਜੇ ਸਾਰੇ ਭੈਣ ਭਰਾ ਅਸੀਂ ਪਿਆਰ ਦੇ ਨਾਲ ਜੋ ਭਾਰਤ ਦੇਸ਼, ਜੇ ਜਦੋਂ ਅਸੀਂ ਕਹਿੰਦੇ ਭਾਰਤ ਦੇਸ਼ ਰਿਸ਼ੀਆਂ ਮੁਨੀਆਂ ਦਾ, ਪੀਰਾਂ ਪੈਗੰਬਰਾਂ ਦਾ ਭਾਰਤ ਦੇਸ਼ ਹੈ, ਤੇ ਫਿਰ ਉੱਥੇ ਇਹ ਜਾਤ ਪਾਤ ਦਾ ਕੋਡ ਜਾਂ ਇੱਕ ਦੂਏ ਨੂੰ ਉੱਚਾ ਨੀਚਾ ਜਾਂ ਇੱਕ ਦੂਏ ਨੂੰ ਗਰੀਬ ਅਮੀਰ ਦੀ ਜਿਹੜੀ ਰੇਖਾ ਆ ਇਹ ਕਿਉਂ ਖਿੱਚੀ ਜਾਂਦੀ ਆ, ਇਸ ਦਾ ਜਿਹੜਾ ਸਵਾਲ ਆ, ਜਵਾਬ ਆ, ਇਹ ਸਦਾ ਹੀ ਖੜਾ ਰਹਿੰਦਾ ਹੈ। ਇਸ ਦੇ ਸਵਾਲ ਦਾ ਜਵਾਬ ਦੇਣ ਦਾ ਵੀ ਕੋਈ ਵੀ ਕਿਸੇ ਨੇ ਵੀ, ਚਾਹੇ ਉਹ ਕੋਈ ਸਰਕਾਰ ਕੋਈ ਕਿਸੇ ਦੀ ਆ ਜਾਏ, ਬਦਲ ਜਾਏ, ਚਾਹੇ ਪੰਜਾਬ ਦੀ ਲਾ ਲਓ, ਚਾਹੇ ਸੈਂਟਰ ਦੀ ਲਾ ਲਓ, ਲੇਕਿਨ ਕਿਸੇ ਨੇ ਵੀ ਇਸ ਦੇ ਬਾਰੇ ਕੋਈ ਵੀ ਹੱਲ ਨਹੀਂ ਲੱਭਣ ਦੀ ਕੋਸ਼ਿਸ਼ ਕੀਤੀ। ਜੇ ਸਾਡੇ ਸੰਵਿਧਾਨ, ਭਾਰਤ ਦੇਸ਼ ਦਾ ਜੋ ਸੰਵਿਧਾਨ ਆ ਉਸ ਦੇ ਵਿੱਚ ਇਸ ਦੇ ਹੱਲ ਹਨ, ਲੇਕਿਨ ਉਸ ਨੂੰ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ ਮੌਕੇ ਦੀਆਂ ਸਰਕਾਰਾਂ ਵੱਲੋਂ, ਜਿਸ ਦੇ ਕਾਰਨ ਇਹ ਜਿਹੜਾ ਹੈ ਅਤਿਆਚਾਰ ਹਰ ਰੋਜ਼ ਵੱਧਦਾ ਜਾ ਰਿਹਾ ਹੈ। ਹਾਂਜੀ ਤਨੂੰ ਜੀ, ਸੌਰੀ, ਤੇ ਤੁਸੀਂ ਹਾਂਜੀ ਆਪਣੀ ਗੱਲ ਜਿਹੜੀ ਹੈ ਤੁਸੀਂ ਆਪਣੇ ਤੌਰ ਤੇ, क्योंकि ਅਸੀਂ जो पंजाबी च गल करने तुसी हिंदी च करनी है, इसलिए मैं आप ਹਾਂਜੀ बताइए। हाँ जी, हाँ जी। तो मैं आपको बस यही बता रही थी कि कैसे अलग अलग दिशाओं में जाकर कैसे इंसान अपने आप को परखता है, बढ़ता है आगे। इनफैक्ट हमारे देश में भी बहुत सारे युवक, जो यूथ है, वो अभी कंफ्यूज हैं कि उनको अपनी लाइफ में करना क्या है जी। तो वो ऐसे ही अपनी दिशाओं में जाकर एक्सपेरिमेंट करके फिर एक्सपीरियंस लेते हैं कि हाँ हमारे लिए सबसे ज़्यादा ठीक क्या है हमारी लाइफ में। तो उसी तरह मेरी भी लाइफ चलती है। हाँ, टीचिंग प्रोफेशन मैंने इसलिए चुना क्योंकि शायद मुझे लगता है कि उससे मैं जो हमारे जो लोग, जो बच्चे हैं या जो लोग हैं जिनको हम एजुकेशन नहीं प्रोवाइड कर पा रहे हैं, जो पैसा नहीं खर्च कर सकते अपना पढ़ाई लिखाई पे, तो मैं उनकी तरफ भी ध्यान दे सकूँ। साथ के साथ मैं बच्चों की तरफ भी ध्यान दे सकूँ जिनको मैं, जहाँ पे मैं जाकर पढ़ाने के लिए मेरे को, जहाँ पे पैसे मिलते हैं, कुछ भी मिलता है, जो भी मेरा काम है वो, लेकिन उसके अलावा भी मैं अपनी बाकी जो सोसाइटी है, जो हमारा नेशन है, उसकी तरफ मैं कुछ अपना योगदान कर सकूं। इस वजह से मैंने टीचिंग फील्ड को मेन चुना जी। देखो ये जो लड़की है इसने ये दसिया कि ਜਿਹੜੀ ਜਿੰਨਾ ਇਹਦੇ ਕੋਲ ਟਾਈਮ ਹੁੰਦਾ ਹੈ, ਉਹ ਜੋ ਜਿਹੜੇ ਜਿਨ੍ਹਾਂ ਦੇ ਕੋਲ ਹਿੰਮਤ ਨਹੀਂ ਹੈ ਪੈਸਾ ਲਾ ਕੇ ਆਪਣੀ ਐਜੂਕੇਸ਼ਨ ਦੇ ਲਈ, ਇਸ ਉਮਰ ਦੇ ਵਿੱਚ ਜੇ ਇਹਨਾਂ, ਹੈਲੋ ਜੈਗਦੇਵ ਜੀ, ਹੈਲੋ 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 ਜੈਗਦੇਵ ਜੀ, ਸਤਿ ਸ਼੍ਰੀ ਅਕਾਲ ਭਾਜੀ, ਹੋਰ ਸੁਣਾਓ ਠੀਕ ਠਾਕ? ਹਾਂਜੀ ਵੀਰ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਹਾਂ ਮੈਂ ਜੀ ਤੋਂ ਬੋਲਦਾ ਭਾਜੀ। ਹਾਂਜੀ ਇਟਲੀ ਤੋਂ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਬਸ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਟੌਪਿਕ ਰੱਖਿਆ, ਇਹ ਬਹੁਤ ਹੀ ਮੰਦਭਾਗਾ ਆ ਜੀ। ਜਿਹੜਾ ਕੰਮ ਹੋਇਆ ਬੜਾ ਗਲਤ ਹੋਇਆ ਕਿ ਬੰਦੇ ਲੱਤਾਂ ਤੋਂ ਇਦਾਂ ਕੀਤਾ ਜਾਣਾ, ਪਿਸ਼ਾਬ ਪਲਾਇਆ ਜਾਣਾ, ਇੱਕ ਜੀ ਬਹੁਤ ਹੀ ਵੱਡਾ ਮਾੜਾ ਹੈ ਜੀ। ਇਨਸਾਨੀਅਤ ਲਈ ਬੜੇ, ਇਨਸਾਨੀਅਤ ਨਹੀਂ ਰਹੀ, ਇਨਸਾਨੀਅਤ ਰਹੀ ਨਹੀਂ, ਖਤਮ ਹੋ ਗਈ ਜੀ। ਕਿ ਬੜਾ ਗਲਤ ਕੰਮ ਹੈ, ਇਦਾਂ ਨਹੀਂ ਹੋਣਾ ਚਾਹੀਦਾ ਜੀ। ਸਭ ਨੂੰ ਹੀ ਇਹਨਾਂ ਦੀ, ਬਾਬੇ ਰਵਿਦਾਸ ਜੀ, ਗੁਰੂ ਬਾਬੇ ਨਾਨਕ ਦੀ ਜੀ, ਸਾਰਿਆਂ ਦੀ ਸਿੱਖਿਆ ਲੈ ਕੇ ਅੱਗੇ ਵਧਣਾ ਚਾਹੀਦਾ। ਸਾਰੇ ਇੱਕ ਹੀ ਆ ਜੀ, ਕਿਸੇ ਦਾ ਧੱਕਾ ਨਹੀਂ ਹੋਣਾ ਚਾਹੀਦਾ, ਧੱਕੇ ਦੇ ਖਿਲਾਫ ਹੀ ਆ। ਧੰਨਵਾਦ ਜੀ ਵੀਰ ਜੀ, ਬਹੁਤ ਬਹੁਤ ਧੰਨਵਾਦ। ਇਹ ਵੀਰ ਜੀ ਇਟਲੀ ਤੋਂ ਸਨ। ਤੇ ਅਸੀਂ ਹੁਣ ਬ੍ਰੇਕ ਤੇ ਜਾਣਾ ਹੈ। ਬ੍ਰੇਕ ਤੋਂ ਬਾਅਦ ਤੁਹਾਡੇ ਲਾਈਵ ਕਾਲ ਲਵਾਂਗੇ, ਜੋ ਗੈਸਟ ਆਏ ਉਹਨਾਂ ਨਾਲ ਵੀ, ਤੇ ਸਾਡੇ ਬਾਗਾ ਜੀ ਨਾਲ ਵੀ ਗੱਲਬਾਤ ਤੁਹਾਡੀ ਇਸੇ ਤਰ੍ਹਾਂ ਕਰਾਵਾਂਗੇ। ਤੇ ਬ੍ਰੇਕ ਤੇ ਜਾ ਰਹੇ ਹਾਂ 020363000610 ਤੇ ਤੁਸੀਂ ਲਾਈਵ ਕਾਲ ਕਰਕੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਬ੍ਰੇਕ ਤੋਂ ਬਾਅਦ ਮਿਲਦੇ। ਜੈ ਗੁਰਦੇਵ, ਧੰਨ ਗੁਰਦੇਵ। धन्यवाद। ਬ੍ਰੇਕ ਤੋਂ ਬਾਅਦ ਤੁਹਾਡੇ ਰੂਬਰੂ ਹੋ ਰਹੇ ਹਾਂ। ਤੇ ਜਿਸ ਤਰ੍ਹਾਂ ਕਿ ਅਸੀਂ ਗੱਲ ਕਰਦੇ ਹਾਂ ਜਗਮੇਲ ਸਿੰਘ ਜੀ ਦੀ, ਜਿਸ ਦੇ ਨਾਲ ਪੰਜਾਬ ਦੀ ਧਰਤੀ ਤੇ ਜੋ ਵੀ ਤਸ਼ੱਦਦ ਹੋਇਆ ਉਸ ਦੇ ਬਾਰੇ, ਤੇ ਸਾਡੀਆਂ ਲਾਈਵ ਕਾਲਾਂ ਖੁੱਲ੍ਹ ਚੁੱਕੀਆਂ ਨੇ 020363000610 ਤੇ ਤੁਸੀਂ ਲਾਈਵ ਕਾਲ ਕਰਕੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਤੇ ਬਾਗਾ ਜੀ, ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰ ਲਈਏ, ਚਾਹੇ ਭਾਰਤ ਦੇਸ਼ ਦੀ ਕਿਸੇ ਵੀ ਸਟੇਟ ਦੀ ਗੱਲ ਕਰ ਲਈਏ, ਅਤਿਆਚਾਰ ਦਿਨੋਂ ਦਿਨ ਵੱਧਦੇ ਜਾ ਰਹੇ ਆ, ਚਾਹੇ ਗੌਰਮੈਂਟ ਕਿਸੇ ਦੀ ਵੀ ਹੈ। ਇਹ ਗੌਰਮੈਂਟ
ਗੱਲ ਤਾਂ ਉਹੀ ਹੈ, ਪੁਰਾਣੀ ਗੱਲ ਹੀ ਆ। ਇਹ ਨਹੀਂ ਕਿ ਗਵਰਨਮੈਂਟ ਬਦਲ ਗਈ। ਗਵਰਨਮੈਂਟ 1947 ਤੋਂ ਪਹਿਲਾਂ ਦਾ ਜਿੱਦਾਂ ਹਾਲ ਉਹੀ ਸੇਮ ਚੀਜ਼ ਹੀ ਆ। ਉਹਨਾਂ ਨੇ ਉਹ ਆਪਣੀ ਬਾਗਡੋਰ ਅੰਗਰੇਜ਼ਾਂ ਨੇ ਆਪਣੇ ਸੈਕੰਡ ਅੰਗਰੇਜ਼ਾਂ ਨੂੰ ਦੇ ਗਏ। ਜਿੱਦਾਂ ਕਿ ਅਫਰੀਕਾ ਦੇ ਵਿੱਚ ਅੰਗਰੇਜ਼ ਆ ਗਏ ਸੀ, ਇੰਡੀਅਨ ਸੈਕੰਡ ਅੰਗਰੇਜ਼ ਸੀਗੇ, ਇਹਨਾਂ ਦੇ ਕੋਲ ਬਾਗਡੋਰ ਸੀ, ਤਾਂ ਉਹਨਾਂ ਨੇ ਆਪਣੀ ਸੈਕੰਡ ਬਾਗਡੋਰ ਸਾਡੇ ਜਿਹੜੇ ਉੱਥੇ ਜ਼ਮੀਨਦਾਰ ਸੀ, ਰਿਚਸ ਲੋਕੀ ਸੀ, ਉਹਨਾਂ ਨੂੰ ਦਿੱਤੀ ਹੈ। ਇਹਨਾਂ ਨੇ ਇਹ ਨਹੀਂ ਹੋਇਆ ਕਿ ਕੋਈ ਬਦਲੀ ਚੇਂਜ ਨਹੀਂ ਹੋਈ। ਚੇਂਜ ਹੋਈ ਜੋ ਯੂਪੀ ਦੇ ਵਿੱਚ ਬਸਪਾ ਆਈ, ਮਾਇਆਵਤੀ ਆਈ, ਉਹ ਕੁਛ ਆਈ, ਲੇਕਿਨ ਉਹਨੂੰ ਕੋਈ ਚਾਹੁੰਦਾ ਥੋੜ੍ਹਾ ਆ ਕਿ ਅਮੀਰ ਆਦਮੀ ਕਿ ਵੀ ਇਹ ਟਿਕੀ ਰਵੇ। ਉਹਦੀਆਂ ਲੱਤਾਂ ਬਾਹਾਂ ਖਿੱਚ ਕੇ ਕੁਝ ਇਹ ਕੇਸ ਪਾ ਕੇ ਕੋਈ ਹੋਰ ਕੇਸ ਪਾ ਕੇ ਉਹਨੂੰ ਖਿੱਚਿਆ, ਲੇਕਿਨ ਅਸੀਂ ਸਾਡੇ ਲੋਕ ਪੰਜਾਬ ਦੇ ਕਿੰਨੇ ਲੋਕ ਆ ਉਸ ਦੇ ਵਿੱਚ ਸ਼ਡਿਊਲ ਕਾਸਟ ਜਿੰਨੇ ਵੀ ਆ, ਅਸੀਂ ਆਪਣੇ ਇੱਕ ਵਾਰੀ ਵੀ ਚਾਂਸ ਨਹੀਂ ਦੇ ਸਕਦੇ ਮਾਇਆਵਤੀ ਦੀ ਪਾਰਟੀ ਨੂੰ। ਇੱਕ ਵਾਰੀ ਚਾਂਸ ਦੇ ਦਿਓ। ਮੈਂ ਇਹਨਾਂ ਨੂੰ ਨਹੀਂ ਕਹਿੰਦਾ ਕਿ ਇਹਨਾਂ ਨੂੰ ਚਾਂਸ ਦੇ ਦਿਓ, ਤੀਜੀ ਪਾਰਟੀ ਹੈ ਨਹੀਂ ਕੋਈ ਉੱਥੇ ਜੋ ਚਾਂਸ ਦੇ ਦਿਓ। ਝੂਠੀਆਂ ਕਸਮਾਂ ਖਾਣ ਵਾਲਿਆਂ ਨੂੰ ਤੁਸੀਂ ਮੋਹਰੇ ਲਾਈ ਜਾਂਦੇ ਆ। ਗੁਰੂ ਗ੍ਰੰਥ ਸਾਹਿਬ ਦੀ ਜੋ ਜਪਜੀ ਸਾਹਿਬ ਜਿਹਨੂੰ ਕਹਿੰਦੇ ਆ, ਉਹਦੀ ਝੂਠੀ ਕਸਮ ਖਾਧੀ ਆ ਕਿ ਵੀ ਮੈਂ ਮਹੀਨੇ ਵਿੱਚ 6 ਵੀਕਾਂ 'ਚ 1 ਮਹੀਨੇ 'ਚ ਤੁਹਾਡਾ ਜਿਹੜਾ ਡਰੱਗਸ ਦਾ ਖਤਮ ਕਰ ਦੂੰਗਾ, ਉਹ ਖਤਮ ਨਹੀਂ ਹੋਇਆ। ਉਹ ਇਹ ਝੂਠੀਆਂ ਕਸਮਾਂ ਵਾਲਿਆਂ ਨੂੰ ਤੁਸੀਂ ਝੱਟ ਕਹਿੰਦੇ ਹਾਂਜੀ ਸਾਡੀ ਕੌਮ ਨੂੰ ਇੱਕੋ ਹੀ ਇੱਕ ਸਾਡੇ 'ਚ ਐਬ ਹੈ, ਅਸੀਂ ਝੱਟ ਯਕੀਨ ਕਰ ਲੈਂਦੇ, ਟਰਸਟ ਕਰ ਲੈਂਦੇ ਆ ਕਿ ਨਹੀਂ ਜੀ ਇਹ ਤਾਂ ਸਾਡੇ ਹੀ ਆ, ਅਸੀਂ ਇਹਨਾਂ ਦੇ ਇੱਕ ਸਾਨੂੰ ਇੱਕ ਵਾਰੀ ਸਾਨੂੰ ਇੱਕ ਬੁਰਕੀ ਦੇ ਦਿੰਦੇ, ਅਸੀਂ ਕਹਿੰਦੇ ਨਹੀਂ ਜੀ ਸਾਨੂੰ ਤਾਂ ਇਹਨ ਬਚਾ ਲਿਆ। ਨਹੀਂ, ਉਹ ਭਾਈ ਆਪਣੀ ਬੁਰਕੀ ਨਾ ਮੰਗੋ, ਆਪਣਾ ਹੱਕ ਮੰਗੋ। ਉਹ ਤੁਸੀਂ ਵੋਟਾਂ 400 500 ਰੁਪਈਆ ਦੇ ਕੇ ਵੋਟ ਨਾ ਪਾਓ, ਆਪਣਾ ਹੱਕ ਮੰਗੋ, ਆਪਣਾ ਕੌਮ ਲਈ ਖੜੇ ਹੋਵੋ। ਤੁਸੀਂ ਆਪਣੇ ਜਿਹੜੇ ਲੀਡਰ ਵੀ ਆ ਉਹ ਵੀ ਸ਼ਾਂਤੀ ਕਰ ਲਓ। ਹੁਣ ਜ਼ਰੂਰੀ ਨਹੀਂ ਕਿ ਇਸ ਰਾਜਗੱਦੀ ਇਹਨਾਂ ਦੀ ਚੱਲਿਆ ਹੀ ਆ। ਪਹਿਲਾਂ ਮਿਨਿਸਟਰ ਸੀਗਾ ਜੀ ਉਹ ਪੁਰਾਣਾ ਗੁਰਵੰਤਾ ਸਿੰਘ ਆ, ਉਹ ਆ ਉਹਦਾ ਗਾਹਾਂ ਮੁੰਡਾ ਆ, ਉਹਦਾ ਗਾਹਾਂ ਮੁੰਡਾ। ਇਹ ਬਦਲ ਲਓ, ਰੂਟੀਨ ਬਦਲੋ। ਅੱਜ ਕੱਲ੍ਹ ਬੱਚੇ ਬਹੁਤ ਪੜ੍ਹੇ ਲਿਖੇ ਆ, ਬਹੁਤ ਹੀ ਹੈ, ਹਰ ਇੱਕ ਬੱਚਾ ਪੜ੍ਹਿਆ ਆ, ਉਹਨਾਂ ਨੂੰ ਚਾਂਸ ਦਿਓ ਤਾਂ ਹੀ ਸਾਡਾ ਭਲਾ ਹੋਣਾ। ਉਹ ਤਾਂ ਨਹੀਂ, ਜੇ ਅਸੀਂ ਉਸ ਡੰਡੀ ਚੱਲਦੇ ਰਹੇ ਨਾ, ਇਹ ਤਾਂ ਉਹੀ ਗੱਲ ਆ, ਅੰਗਰੇਜ਼ਾਂ ਕੋਲੋਂ ਰਾਜ ਲੈ ਲਿਆ, ਅਮੀਰਾਂ ਦੇ ਕੋਲ ਆ ਗਿਆ। ਸੋ ਇਸ ਕਰਕੇ ਸਾਡੀ ਕੌਮ ਨੂੰ ਹੁਣ ਇਹ ਸੋਚਣਾ ਪੈਣਾ ਆ ਕਿ ਵੀ ਮਸਟ ਗੈਟ ਟੁਗੈਦਰ। ਇਹ ਨਹੀਂ ਕਿ ਵੀ ਇੱਕੋ ਹੀ ਇਹ ਜੀ ਅਸੀਂ ਚ ਮਾਰਕੀਟ ਹੈ, ਨਾ, ਇਹ ਬਹੁਜਨ ਬਣੋ। ਤੁਸੀਂ ਇਹ ਨਾ ਕਹੋ ਕਿ ਵੀ ਅਸੀਂ ਆਪਣੇ ਰਵਿਦਾਸੀਏ ਜੀ ਇਹ ਫਲਾਣੇ ਨਾਲ ਨਹੀਂ ਮਿਲਣੇ। ਤਦ ਹੀ ਅਸੀਂ ਕਹਿੰਦੇ ਹਾਂ ਕਿ ਅਸੀਂ ਇੱਕ ਬੈਨਰ ਦੇ ਹੇਠਾਂ ਥੱਲੇ ਆ ਜਾਓ। ਤੁਸੀਂ ਬਹੁਜਨ ਬਣ ਕੇ, ਬਹੁਜਨ ਦੇ ਵਿੱਚ ਸਾਰੀਆਂ ਹੀ ਕੌਮਾਂ ਆਉਂਦੀਆਂ ਆ, ਛੋਟੀਆਂ ਜਾਤਾਂ ਆਉਂਦੀਆਂ ਆ, ਉਹਦੇ ਵਿੱਚ ਕਰਕੇ ਆਪਣੇ ਇੱਕ ਝੰਡੇ ਦੇ ਥੱਲੇ ਆ ਕੇ ਫਿਰ ਤੁਸੀਂ ਆਪਣਾ ਭਾਈ ਕੰਮ ਕਰੋ। ਨਹੀਂ ਤਾਂ ਤੁਸੀਂ ਇੱਦਾਂ ਹੀ ਅਸੀਂ ਵੀ ਬਾਗਾ ਜੀ ਕਾਲ ਆਈ ਆ। ਆਓ ਜੀ। ਹੈਲੋ ਜਗਦੇਵ ਜੀ। ਹੈਲੋ ਹਾਂਜੀ ਜਗਦੇਵ ਜੀ। ਹੈਲੋ ਜੈ ਗੁਰਦੇਵ ਜੀ, ਮੈਂ ਗੱਲ ਕਰਨੀ ਚਾਹੁੰਦਾ ਜੀ ਲਾਈਵ ਕਾਲ ਤੇ। ਹਾਂਜੀ ਵੀਰ ਜੀ, ਕੌਣ ਬੋਲ ਰਿਹਾ ਤੇ ਕਿੱਥੋਂ ਬੋਲ ਰਿਹਾ ਜੀ? ਹੈਲੋ ਹਾਂਜੀ ਵੀਰ ਜੀ, ਕੌਣ ਤੇ ਕਿੱਥੋਂ ਬੋਲ ਰਿਹਾ ਜੀ? ਮੈਂ ਗ੍ਰੇਵਜੈਂਟ ਤੋਂ ਬੋਲਦਾ ਜੀ, ਗੈਰੀ ਸਿੰਘ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਮੈਂ ਸੁਣ ਰਿਹਾ, ਗੱਲ ਕਰੋ। ਤੁਹਾਡੀ ਆਵਾਜ਼ ਹੀ ਰੁਕ ਕੇ ਆ ਰਹੀ। ਨਹੀਂ ਵੀਰ ਜੀ, ਤੁਸੀਂ ਟੀਵੀ ਨਾ ਦੇਖੋ ਨਾ, ਤੁਸੀਂ ਆਪ ਗੱਲ ਕਰੋ, ਫਿਰ ਆਪੇ ਆਵਾਜ਼ ਆਏਗੀ। ਹਾਂਜੀ ਹਾਂਜੀ ਕਰੋ ਗੱਲ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਗੱਲ ਕਰੋ ਵੀਰ ਜੀ। ਹਾਂਜੀ ਕਰਦੇ ਪਏ ਆ ਜੀ। ਮੈਂ ਕਿਹਾ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਧੰਨਵਾਦ ਜੀ। ਹਾਂਜੀ, ਕੀ ਕਹਿਣਾ ਕੀ ਚਾਹੁੰਦੇ ਹੋ ਅੱਜ ਦੇ ਮੁੱਦੇ ਤੇ? ਹਾਂਜੀ, ਕਹਿਣਾ ਕੀ ਹੈ ਜੀ, ਮੈਂ ਤਾਂ ਸਿਰਫ ਪੰਜਾਬ ਬਾਰੇ ਕਹਾਂਗਾ ਕਿ NRI ਲੋਕ ਬਹੁਤ ਸਪੋਰਟ ਕਰਦੇ ਪੰਜਾਬ ਨੂੰ ਜੀ, ਪਰ ਜਿੰਨਾ ਚਿਰ ਉੱਥੇ ਦੇ ਲੋਕ ਨਹੀਂ ਆਪਣਾ ਬਦਲਾਵ ਆਪ ਨਹੀਂ ਕਰਨਾ ਚਾਹੁੰਦੇ, ਉਹਨਾਂ ਚਿਰ ਕੋਈ ਉਹਦਾ ਹੱਲ ਨਹੀਂ ਹੋਣਾ। ਸਹੀ ਗੱਲ ਆ ਜੀ। ਭਾਵੇਂ ਉਹ BJP ਆ, ਭਾਵੇਂ ਉਹ ਅਕਾਲੀ ਦਲ ਆ, ਉਹ ਭਾਵੇਂ ਕਾਂਗਰਸ ਆ, ਜਿੰਨਾ ਚਿਰ ਉਹਨਾਂ ਚੋਂ ਚੰਗੇ ਬੰਦੇ ਅੱਗੇ ਨਹੀਂ ਆਉਂਦੇ, ਜਾਂ ਹੋਰ ਵੀ ਕੋਈ ਪਾਰਟੀ ਆ, ਉਹਨਾਂ ਚੋਂ ਚੰਗੇ ਬੰਦੇ ਅੱਗੇ ਨਹੀਂ ਚੁਣਦੇ, ਉਹਨਾਂ ਚਿਰ ਕੋਈ ਹੱਲ ਨਹੀਂ ਹੋਣਾ। ਜੋ ਮਰਜ਼ੀ ਅਸੀਂ ਕਰੀ ਜਾਈਏ ਇੱਥੇ ਬਾਹਰ ਬੈਠੇ। ਸਹੀ ਗੱਲ ਆ, ਸੱਚੀ ਗੱਲ ਆ ਜੀ। ਬਾਕੀ ਤੁਸੀਂ ਆਪਣਾ opinion ਦੇ ਦਿਓ, ਮੈਂ ਗਲਤ ਬੋਲਦਾ? ਨਹੀਂ ਧੰਨਵਾਦ ਜੀ ਵੀਰ ਜੀ। ਮੈਂ ਤੁਸੀਂ ਪਾਲਣ ਕੀਤਾ ਸੀ ਵੀ ਜਦ ਤੱਕ ਇਹਨਾਂ ਨੂੰ ਉਠਾਉਂਦੇ ਨਹੀਂ ਮੈਂ ਮੀਟਿੰਗ 'ਚ ਹੀ ਨਹੀਂ ਆਉਣਾ। ਹੈਲੋ ਭਾਜੀ। ਹਾਂਜੀ, ਤੁਹਾਡੀ ਕਾਲ ਹੁਣ ਲੱਗੀ ਹੈ ਭਾਜੀ। ਹਾਂਜੀ ਬਗੀਚਾ ਚੌਹਾਨ ਜੀ। ਹਾਂਜੀ ਚੌਹਾਨ ਜੀ, ਕੀ ਕਹਿਣਾ ਚਾਹੁੰਦੇ ਹੋ? ਇਹ ਕਿਉਂਕਿ ਜਿਹੜੀ ਸਮੱਸਿਆ ਹੈਗੀ ਆ ਵੀ ਆਪਾਂ ਪੋਲੀਟੀਕਲੀ ਨਿਲ ਆ ਪੰਜਾਬ 'ਚ ਜੀ, ਔਰ ਬਾਕੀ ਜਿਨ੍ਹਾਂ ਕੋਲ ਸੱਤਾ ਹੈ, ਕੈਪਟਨ ਅਮਰਿੰਦਰ ਸਿੰਘ ਇਹ ਵੀ ਇੱਕ ਫਿਊਡਲ ਆ ਜੀ, ਅਕਾਲੀ ਵੀ ਫਿਊਡਲ ਆ,
ਪਹਿਲਾਂ ਤਾਂ ਇਹਦੀ ਤੁਸੀਂ ਦੇਖੋ ਵੀ ਜਿਸ ਵੇਲੇ ਇਹ ਸੱਤਾ ਤੋਂ ਬਾਹਰ ਸੀ ਜੀ ਤਾਂ ਕਾਂਗਰਸ ਨੇ 2 ਜਾਨੀ ਪ੍ਰਧਾਨ ਕਾਂਗਰਸ ਦੇ ਪੰਜਾਬ 'ਚ ਦਲਿਤ ਲਾਏ ਸੀ ਜੀ ਸ਼ਮਸ਼ੇਰ ਸਿੰਘ ਦੁੱਲੋ ਤੇ ਸਤਨਾਮ ਸਿੰਘ ਕੇਪੀ। ਹਾਂਜੀ ਇਹਨੇ ਐਲਾਨ ਕੀਤਾ ਸੀ ਵੀ ਜਿੰਨੀ ਦੇਰ ਇਹਨਾਂ ਨੂੰ ਉਠਾਉਂਦੇ ਨਹੀਂ ਵੀ ਮੈਂ ਇਹਨਾਂ ਥੱਲੇ ਕੰਮ ਨਹੀਂ ਕਰ ਸਕਦਾ। ਠੀਕ। ਉਹ ਤੁਸੀਂ ਦੇਖੋ ਵੀ ਜਦ ਉਹਦੀ ਆਪਣੀ ਮਾਨਸਿਕਤਾ ਇਹ ਆ ਤਾਂ ਉਹਨੂੰ ਕੀ ਕਰਨਾ ਜੀ। ਇਹ ਜਿੰਨਾ ਹੱਲ ਤਦ ਹੋਣਾ ਵੀ ਆਪਣੀ ਪੋਲੀਟੀਕਲੀ ਲੋਕ ਆਪਣਾ ਬੇਸ ਬਣਾਉਣ। ਇਹ ਚੌਹਾਨ ਜੀ ਆਪਾਂ ਆਪਣੇ ਸਹੀ ਨੁਮਾਇੰਦੇ ਨਹੀਂ ਭੇਜਦੇ ਕਿਉਂਕਿ ਜਦ ਵੋਟਾਂ ਹੋਈਆਂ ਚੌਹਾਨ ਜੀ ਮੈਂ ਮੁੜ ਕੇ ਇਹਨਾਂ ਨੂੰ ਜਿਤਾਉਂਦੇ ਆ। ਚੌਹਾਨ ਜੀ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ, ਕਿਸ ਤਰ੍ਹਾਂ ਆਪਾਂ ਪੋਲੀਟੀਕਲ ਪਾਰਟੀ ਜਿਹੜੀ ਆਪਾਂ ਬਣਾ ਸਕਦੇ ਹਾਂ, ਕਿੰਨਾ ਚਿਰ ਆਪਾਂ ਇਹ ਦੇਖੋ ਜਿਹੜਾ ਆਪਣਾ ਪੰਜਾਬ ਦਾ ਸਮਾਜ ਆ ਨਾ ਜੀ, ਜਿਹੜਾ ਐਸਸੀ ਸਮਾਜ ਆ ਪੰਜਾਬ ਦਾ, ਤੁਸੀਂ ਦੇਖੋ ਵੀ ਉਹ 34% ਆ ਜੀ। ਜੇ ਉਹ ਪਰਨ ਕਰ ਲਵੇ ਇਹਨਾਂ ਪਾਰਟੀਆਂ ਨੂੰ ਵੋਟ ਨਹੀਂ ਪਾਉਣੀ। ਨਹੀਂ ਉਹਨਾਂ ਨੂੰ ਪ੍ਰਣ ਕਰਾਇਆ ਕਿੱਦਾਂ ਜਾਵੇ, ਕਿੱਦਾਂ ਉਹ ਪ੍ਰਣ ਕਰਨ? ਇਹੀ ਆ ਵੀ ਜਿਹੜੀ ਗੈਰਤ ਨਹੀਂ ਵਿੱਚ। ਹਾਂਜੀ ਬਸ ਗੱਲ ਖਤਮ। ਜੇ ਅਸੀਂ ਤੁਸੀਂ ਦੇਖੋ ਵੀ ਜੇ ਗੁਰੂ ਰਵਿਦਾਸ ਦੀ ਗੱਲ ਆ, ਉਹਨੇ ਤਾਂ ਕਿਹਾ ਸੀ ਮੈਂ ਬੇਗਮਪੁਰਾ ਬਸਾਉਣਾ ਜੀ, ਪਰ ਇਹ ਨਹੀਂ ਚਾਹੁੰਦੇ, ਕਹਿੰਦੇ ਵੀ ਉਹਨਾਂ ਦੇ ਗੁਲਾਮ ਰਹਿਣਾ। ਮੇਰੇ ਖਿਆਲ ਤੁਹਾਨੂੰ ਵੀ ਮੇਰੇ 50-60 ਸਾਲ ਹੋ ਗਏ ਇਸ ਜਿਹੜੀ ਫੀਲਡ ਦੇ ਵਿੱਚ ਕੰਮ ਕਰਦੇ, 40 ਸਾਲ 45 ਸਾਲ ਮੈਨੂੰ ਦੇਖਦਿਆਂ ਨੂੰ ਹੋ ਗਏ, ਲੇਕਿਨ ਤੁਸੀਂ ਸਾਰੀ ਉਮਰ ਇਸ ਕੰਮ ਦੇ ਉੱਤੇ ਲਾਤੀ। ਫਿਰ ਦੇਖੋ ਜਿਹੜਾ ਆਪਣਾ ਪੰਜਾਬ ਆ, ਪੰਜਾਬ ਭਾਰਤ ਦਾ ਇੱਕ ਸੂਬਾ ਹੈ ਜੀ, ਪਰ ਜਿੱਥੇ ਜਿੱਥੇ ਵੀ ਲੋਕ ਉੱਪਰ ਰਹੇ ਰਿਜ਼ਲਟ ਆ ਰਿਹਾ ਜੀ। ਕਿਉਂਕਿ ਇਹ ਦੇਖੋ ਜਿਹੜਾ ਪੰਜਾਬ 'ਚ ਵੀ ਮੈਂ ਇਹ ਨਹੀਂ ਕਹਿੰਦਾ ਵੀ ਕਦੇ ਵੀ ਨਹੀਂ ਪਤਾ ਲੱਗਣਾ, ਜ਼ਰੂਰ ਪਤਾ ਲੱਗੂਗਾ। ਠੀਕ। ਕਿਉਂਕਿ ਕਈ ਵਾਰੀ ਜਿਹੜਾ ਬੰਦਾ ਆ ਜਦ ਉਹਦੇ ਲਗਾਤਾਰ ਮਾਰ ਪੈਂਦੀ, ਹੁਣ ਤਾਂ ਇਦਾਂ ਦੀਆਂ ਘਟਨਾ ਠੀਕ ਆ, ਬਹੁਤ ਮਾੜੀ ਘਟਨਾ ਹੋਈ ਆ ਜੀ, ਪਰ ਬਾਬਾ ਸਾਹਿਬ ਜਦ 1936 ਚ ਆਏ ਸੀ ਉਹ ਦੱਸ ਕੇ ਗਏ ਸੀ। ਹਾਂਜੀ। ਉਹਨੇ ਕਿਹਾ ਸੀ ਵੀ ਜਿਹੜਾ ਤੁਸੀਂ ਗੁਰੂ ਨਾਨਕ ਦਾ ਨਾਮ ਲੈਣੇ ਸਿਰਫ ਨਾਂ ਲੈਣੇ ਆ ਜੀ, ਵੀ ਜਿਹੜੀ ਉਹਨੇ ਬਰਾਬਰਤਾ ਦੀ ਗੱਲ ਕੀਤੀ ਸੀ ਉਹ ਤਾਂ ਤੁਹਾਡੇ 'ਚ ਹੈ ਨਹੀਂ। ਉਹ ਹੈ ਨਹੀਂ। ਠੀਕ ਹੈ, ਸਹੀ ਗੱਲ। ਹੁਣ ਤੁਸੀਂ ਦੇਖੋ ਵੀ ਆ ਜਿਹੜਾ ਇਦਾਂ ਦਾ ਤਸ਼ੱਦਦ ਦੇਖਿਆ ਦੁਨੀਆ 'ਚ ਕਿਤੇ? ਕਦੀ ਵੀ ਨਹੀਂ ਜੀ। ਫਿਰ ਉਹ ਤੁਸੀਂ ਦੇਖੋ ਵੀ ਜਦ ਤੱਕ ਲੋਕ ਸੜਕਾਂ ਤੇ ਨਹੀਂ ਆਉਂਦੇ ਕਿਸੇ ਨੂੰ ਗ੍ਰਿਫਤਾਰ ਨਹੀਂ ਕਰਦੇ ਜੀ, ਉਹ ਸਾਰੀ ਪੁਲਿਸ ਉਹਨਾਂ ਦੇ ਨਾਲ ਹੈ ਜੀ। ਕੋਈ ਰਿਪੋਰਟ ਹੀ ਨਹੀਂ ਲਿਖਦਾ ਉੱਥੇ ਤਾਂ। ਧੰਨਵਾਦ ਜੀ ਚੌਹਾਨ ਸਾਹਿਬ, ਬਹੁਤ ਕਿਉਂਕਿ ਦੇਖੋ ਤੁਸੀਂ ਬਹੁਤ ਵਧੀਆ ਲੋਕਾਂ ਨੂੰ ਹਾਈਲਾਈਟ ਕਰੋ ਕਿਉਂਕਿ ਜਦ ਤੱਕ ਲੋਕ ਜਾਗਦੇ ਨਹੀਂ ਹੈ ਨਾ ਜੀ, ਇਹ ਸਮੱਸਿਆ ਹੱਲ ਨਹੀਂ ਹੋਣੀ। ਧੰਨਵਾਦ ਜੀ ਚੌਹਾਨ ਜੀ, ਬਹੁਤ ਬਹੁਤ ਧੰਨਵਾਦ। ਤੇ ਹੈਲੋ ਜਗਦੇਵ ਜੀ। ਜੈ ਭੀਮ, ਨਮੋ ਬੁੱਧਾ। ਜੈ ਭੀਮ, ਨਮੋ ਬੁੱਧਾ। ਭਾਰਤ ਕਿੱਦਾਂ ਮੁੰਡਿਆ? ਠੀਕ ਹਾਂਜੀ ਭੈਣ ਜੀ। ਰਤੂ ਜੀ ਕੀ ਕਹਿਣਾ ਚਾਹੁੰਦੇ? ਹਾਂਜੀ ਮੈਂ ਤਾਂ ਸਾਰਾ ਕੁਝ ਹੀ ਦੇਖ ਲਿਆ, ਮੇਰੀ ਵੀ 80 ਸਾਲ ਦੀ ਉਮਰ ਹੋ ਗਈ, 2 ਵੀਕਾਂ ਰਹਿੰਦੀਆਂ ਜੀ। ਮੈਂ ਇੱਕ ਸਿੱਖਿਆ ਕਿ ਜਿੰਨਾ ਚਿਰ ਆਪਾਂ ਨਹੀਂ ਆਪਣੇ ਘਰ ਇਕੱਠੇ ਹੁੰਦੇ ਆਪਣਾ ਕੋਈ ਬਚਾ ਨਹੀਂ ਕਰ ਸਕਦਾ। ਅਸੀਂ ਰਾਹ ਵੀ ਦੇਖਿਆ ਮਿਕਸ ਹੋ ਕੇ ਕਿਹੜੇ ਪਾਰਟੀ ਨਾਲ ਆਪਣੀ ਦੁਨੀਆ ਨਹੀਂ ਰਲੀ, ਕਿਹੜੇ ਐਮਐਲਏ ਨਹੀਂ ਬਣੇ, ਮਿਨਿਸਟਰ ਨਹੀਂ ਬਣੇ, ਕਿਸੇ ਨੇ ਤੁਹਾਨੂੰ ਖੈਰ ਨਹੀਂ ਪਾਈ। ਉਹ ਮਿਨਿਸਟਰ ਬਣਾ ਕੇ ਮਗਰੋਂ ਕਹਿੰਦੇ ਜੀ ਤੁਸੀਂ ਕੌਣ ਵਾ? ਨਹੀਂ ਭੈਣ ਜੀ, ਜਿੰਨਾ ਚਿਰ ਵੀਰਾ ਤੁਸੀਂ ਆਪਣਾ ਘਰ ਨਹੀਂ ਸੰਭਾਲਦੇ ਕਿਤੇ ਵੀ ਨਹੀਂ ਕਾਮਯਾਬ। ਮੈਂ ਤੁਹਾਡੇ ਮੂਹਰੇ ਹੱਥ ਜੋੜਦੀ ਆ। ਗੁਰੂ ਰਵਿਦਾਸ ਜੀ ਨੇ ਬਹੁਤ ਕੁਝ ਕੀਤਾ, ਸਾਰਿਆਂ ਨੇ ਬਹੁਤ ਕੁਝ ਕੀਤਾ, ਆਪਾਂ ਨਾ ਤਾਂ ਕੀ ਇੰਨੇ ਲੈਣੇ ਆ। ਆਪਾਂ ਹੀ ਇੱਕ ਰਾਹ ਤੁਰ ਪਈਏ, ਆਪਾਂ ਨੂੰ ਕੋਈ ਦੂਏ ਰਾਹ ਪਾ ਹੀ ਨਹੀਂ ਸਕਦਾ। ਪਹਿਲਾਂ ਤੁਸੀਂ ਦੱਸੋ ਆਪਣੇ ਕਿੱਡਾ ਕੁਛ ਕੀਤਾ, ਕੀ ਕੁਛ ਹੋਇਆ, ਕਿੰਨਾ ਹੋਇਆ। ਮੈਂ ਇੱਕ ਜ਼ਰੂਰ ਤੁਹਾਡੇ ਮੂਹਰੇ ਹੱਥ ਜੋੜਦੀ ਆ, ਆਪਾਂ ਇੱਕ ਤੱਕੜੀ ਵਿੱਚ ਬਹਿ ਜਾਈਏ ਨਾ, ਜਿੱਦਾਂ ਸੋਨਾ ਜੋਕੀ ਦਾ, ਉਹ ਸੋਨਾ ਡਿਫਰੈਂਟ ਨਹੀਂ ਹੋਣਾ। ਤੁਹਾਨੂੰ ਵੀ ਇੱਕ ਪਰਿਵਾਰ ਬਣਾਉਣਾ ਪੈਣਾ ਆ, ਇੱਕ ਘਰ ਬਣਾਉਣਾ ਪੈਣਾ, ਧੀਆਂ ਦੀ ਇੱਜ਼ਤ ਰੱਖਣੀ ਪੈਣੀ ਆ। ਸਾਰੇ ਜ਼ੁਲਮ ਤਾਂ ਹੀ ਹਟਣੇ ਆ ਜਦੋਂ ਆਪਾਂ ਇਕੱਠੇ ਹੋਈਏ। ਮੈਂ ਤੁਹਾਡੇ ਮੂਹਰੇ ਇਹੀ ਹੱਥ ਜੋੜਦੀ ਆ। ਮੈਂ ਜੋੜਨਾ ਕਹਿ ਰਹੀ, ਤੁਹਾਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਇੱਕ ਧੰਨਵਾਦ ਜੀ ਭੈਣ ਜੀ, ਬਹੁਤ ਬਹੁਤ। ਦੇਖੋ ਜਦੋਂ ਵੀ ਸਾਡੇ ਕਾਲਰ ਆਉਂਦੇ ਆ ਅਸੀਂ ਆਪਣੀ ਗੱਲ ਜ਼ਰੂਰ ਕਰਦੇ ਆ ਕਿ ਸਾਨੂੰ ਇਕੱਠੇ ਹੋ ਜਾਣਾ ਚਾਹੀਦਾ, ਸਾਨੂੰ ਆਹ ਕਰਨਾ। ਅਸੀਂ ਇਹੀ ਹੋਕਾ ਦੇ ਰਹੇ ਹਾਂ, ਇਕੱਠੇ ਹੋਣ ਦੇ ਹੋਕਾ ਦੇ ਰਹੇ ਹਾਂ, ਸਾਰੇ ਦੇ ਰਹੇ ਆ, ਜਿੰਨੇ ਵੀ ਕਾਲਰ ਆ ਉਹ ਵੀ ਇਹ ਕਹਿ ਰਹੇ, ਅਸੀਂ ਵੀ ਇਹ ਕਹਿ ਰਹੇ ਹਾਂ। ਜਿੰਨਾ ਚਿਰ ਸਾਡੀ ਯੂਨਿਟੀ ਨਹੀਂ ਹੁੰਦੀ ਅਸੀਂ ਕੁਝ ਨਹੀਂ ਕਰ ਸਕਦੇ। ਲੇਕਿਨ ਸਾਰੀ ਉਮਰ ਅਸੀਂ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਰਹਾਂਗੇ ਕਿ ਯੂਨਿਟੀ ਹੋ ਜਾਏ। ਸਤਿਗੁਰੂ ਦਾ ਮਹਾਰਾਜ ਤੋਂ ਲਾ ਕੇ ਅੱਜ ਤੱਕ ਬਾਬਾ ਸਾਹਿਬ ਤੋਂ ਲਾ ਕੇ ਸਾਹਿਬ ਕਾਂਚੀ ਰਾਮ ਭੈਣ ਮਾਇਆਵਤੀ ਜਿਹਦਾ ਵੀ ਮਰਜ਼ੀ ਨਾਂ ਲੈ ਲਈਏ, ਅੱਜ ਅਸੀਂ ਉਹਨਾਂ ਸਾਰਿਆਂ ਨੇ ਇਹੀ ਗੱਲ ਕੀਤੀ ਆ ਵੀ ਯੂਨਿਟੀ ਆਉਣੀ ਕਿੱਥੋਂ ਆ, ਯੂਨਿਟੀ ਲਿਆਉਣੀ ਕਹਿੰਦੇ ਆ। मैं एक पॉइंट बोलना चाहूँगी। मेरे को ज़्यादा समझ नहीं आया कि आपने, मतलब मेरे को इतना समझ आया कि हाँ किसी बच्चे पे अत्याचार हुआ है, क्योंकि पंजाबी मुझे इतनी नहीं आती। लेकिन हम जब बच्चों को सिखाते हैं, हम उनको अच्छा नागरिक बनना सिखाते हैं। और आज की जो यूथ है उनकी आइडियोलॉजी जो लोग चलते आ रहे हैं उनसे बहुत अलग है। तो अगर वो यूथ को ऊपर लाएंगे, राधे कोलू के बैलों की तरह एक तरीके से चलते रहने की बजाय नए थिंकिंग को, नई उसको आइडियोलॉजी को आगे लाकर फिर लोगों में वो फैलाएंगे
आएंगे तो शायद लोग आगे और ग्रो कर पाएँ या आगे बढ़ पाएँ। रादर जो हम ऐसा जो भी गलत होता है लोगों के साथ वो शायद कम हो जाए, अत्याचार कम हो जाए। जी धन्यवाद है तनु जी, क्योंकि उन्होंने पंजाबी की जी गल नहीं पता लगता सी, क्योंकि उन्होंने हिंदी डूंगी हिंदी च ही बोलते हैं, तो उन्होंने बाद इनू गल नूं पिक किया, तो उन्होंने अपना जो भी उन्होंने अंदर फीलिंग्स भारत देश के कल्ले कल्ले नागरिक के अंदर है, लेकिन किसी की फीलिंग जी वो उत्थे तक पहुँचती नहीं जिथे तक जो समाज की फीलिंग पहुँचती आ। वो जोड़े गौरमेंटा के लोग बैठे हैं उन्हों दी फीलिंग्स घट नहीं हैगियां, लेकिन उन्हों दी फीलिंग्स जड़ियाँ वो डिफरेंट काइंड फीलिंग्स आ। उन्होंने फीलिंग्स है बस सिर्फ तो सिर्फ जी कुर्सी आ वो साडी फीलिंग के नाल जुड़ी रहे, तो सिर्फ 2 मिनट ले जाके अफसोस कर दिता वे माड़ा होया चंगा होया, लाख रुपया 2 लाख रुपया दे दिता या नौकरी दे दी, बस इदू वध बेचारे गरीब मंग भी की सकता किसी तो, यही मंग सकता कि मेरे बच्चे को किसी ने नौकरी दे दो या मैनू मुआवजा दे दो 2-4 लाख रुपया। हाँ जी कलेर साहब एक गल है, मैं ये गल कहनी चाहता हुण आ टाइम आ गया कि जद हुण साडे लोग जिहड़े हैगे आ वो कहंदे आ कि भी असीं अपने संतां दी कहे लगना। हाँ हुण संत इकट्ठे होए, संत सम्मेलन सब संत इकट्ठे होए इस वेले, क्योंकि वो जो तुगलकाबाद वाला जी जगह तो वो इन्ने पंजाब के संत इकट्ठे हो गए, बाहरले भी इकट्ठे हो गए। हुण साडा चांस आ कि असी हुण सारे ही संतां नूं भी कहना पईआ कि हुण तुसीं ये कहो कि अपनी बंदे नूं अपनी कौम के बंदे नूं वोट पावो, ना कि आ जी तुसीं दोने देख ली पंजाब दे विच दोने देख ली, कांग्रेस भी देख ली, सारे देख बीजेपी भी देख ली, अकाली भी देख ले। हुण तुसीं अपना ऐसा एक स्टैंड बनावो जिहदे नाल संतां महात्मा नूं जिद्दां इकट्ठे होए तुगलकाबाद लई इदां ही हुण इकट्ठे हो के इस आउण वाले इलैक्शन दे विच ना इदां होवे कि भी पता लग जाए कि भाई हाँ भी ये कौम है। अगे तो कहते ने चलो इन्हों की है तो कोई गल नहीं अपने ही है, हुण इन्हों अपना हुण संतां जोर पाउण दी लोड़ आ। इस वेले मैं उन्होंने भी ये कहांगा अपने संतां महात्मा जो पंजाब दे भी आ बाहरले भी आ कि भी अपने जदों भी जो लोग आउंदे आ या बाहरले लोग तुहाडे कोल लीडर आउंदे आ आउंदे रहन, तुसीं पर उन्होंने वो ना कहो पब्लिक नूं कि भी वोट इन्हों पाओ, तुसीं कहो नहीं भी अपने बंदे नूं वोट पावो। सो इस करके तां ही तुसीं बचना। आ हालात तुसीं देख लए आ, दिल्ली वाले भी देख लए आ, पंजाब वाले भी देख लए आ। ये सोहन सिंह बाघा जी ने गल दसी है, जिस तरह कि हुण जी कहते कि लोहा गर्म है थोड़ा मान की लोड़ है कि जे साधु समाज इकट्ठा हो गया, जे संत समाज इकट्ठा हो गया, ਜਾਂ ਸਾਡੇ ਭੈਣ ਭਰਾ ਜਿਹੜੇ ਦਿੱਲੀ ਦੇ ਉੱਤੇ ਮੰਦਰ ਦੇ ਲਈ ਬਗਾਵਤ ਕਰ ਚੁੱਕੇ ਹਨ, ਜਾਂ ਉਹਨਾਂ ਨੇ ਆਪਣੇ ਧਰਨੇ ਲਾਏ ਹਨ, ਜਾਂ ਉਹਨਾਂ ਦੀ ਜਿਹੜੀ ਆਪਣੀ ਭਾਵਨਾ ਹਨ ਉਹਨਾਂ ਦੀ ਸ਼ਰਧਾ ਨੂੰ ਠੇਸ ਪਹੁੰਚੀ ਹੈ, ਜਾਂ ਪੰਜਾਬ ਦੇ ਵਿੱਚ ਇਸ ਲੜਕੇ ਦੇ ਨਾਲ ਹੋਇਆ ਉਹ ਸਮਾਜ ਦੇ ਲੋਕਾਂ ਦੇ ਵਿੱਚ ਜਿਹੜੀ ਆ ਉਹ ਜਿਹੜਾ ਦੁੱਖ ਆ ਤਕਲੀਫ ਆ ਉਹਦੀ ਜਿਹੜੀ ਫੀਲਿੰਗਸ ਆ ਉਹਨਾਂ ਨੂੰ ਵੀ ਹੋਈ ਆ कि वो कल उसके उत्ते नहीं हुई, कल उन्होंने उत्ते भी साडे उत्ते भी किसी भी साडे भैन भरा ताए चाचे भूआ भूपी ते हो सकती है, लेकिन सानू इसका मुकाबला करने लई जरूर किते ना किते खड़े होना पऊगा, किते ना किते सानू अपना प्रण करना पऊगा जिस दे नाल साडा जिहड़ा समाज आ खेरू खेरू होण तो और तकलीफ जो साडे नाल अत्याचार हो रहा है उस तो किसी तरह बच सके। इस समाज ने जदों भी किते भी धर्म की किसी भी धर्म की जदों भी कोई भी धर्म जदों बनिया है तो साडे लोकां ने ही उहदियां कुर्बानियां दित्तियां उस दे विच जिन्हां दा अज तक नाम नहीं लिया जाता, लेकिन जे असीं अपना धर्म बनाया जां अपने धर्म लई अपनी कुर्बानी दित्ती उन्हां दा अज नाम ही आ ते अज उन्हां दा नाम बोलिया भी जाता, लेकिन उन्हां दे नाम ना बोल के असीं ये नहीं कह सकते कि सानू धर्म मिल गया तो असीं धर्म वाले बन गए, लेकिन उन्हां दी कहनी और करनी उत्ते कथनी दे उत्ते भी सानू चलना पऊगा। असीं हर वेले कह दिंदे कि बाबा साहब ने सानू संविधान दिता, सारी दुनिया नूं पता बाबा साहब ने संविधान दिता, बाबा साहब ने जी संविधान बनाया, बाबा साहब ने बनाया, लेकिन उन्होंने इंप्लीमेंट करने वाले बाबा साहब नहीं हैगे। इंप्लीमेंट करने वाली सरकारां अज दियां हन, सानू उन्हां दे उत्ते बाबा साहब के पैरोकारां नूं उन्हां दे उत्ते जोर पाउण दी लोड़ आ, ना कि यही उस ते रट्टा लाई जाइए साडा संविधान बाबा साहब ने बनाया, बाबा साहब ने बनाया। वो सारी दुनिया जान चुकी है बाबा साहब ने संविधान बनाया, सानू भी पता तुहानू भी पता, लेकिन उसनू लागू इंप्लीमेंट कराउण दे लई सानू उन्हां दे सरकारां दे उत्ते गौरमेंटां दे उत्ते दबाव पाउणा चाहीदा आ, चाहे वो बाहरलियां कंट्रियां तो पवे चाहे भारत देश तो पवे। वो किस तरह पाउणा आ तुसीं भी जानदे हो असीं भी जानदे हो, लेकिन जरूर मैं यह कहूँगा कि जिहड़े तशद्दद आ हर रोज़ वधदे जा रहे हैं। पहला इस तरह होया करते सन कि कोई साडी धी भैन किते पट्ठे खोतन जाया करती सी, उसनूं पट्ठे खोतन तो ना कर दित्ती जाती सी, जां किते वो जंगल पानी जांदे हुंदे जिस तरह पुराने जमाने दी गल्लां पुरानियां गल्लां वो रोक दित्ता जांदा सी। लेकिन अज की कीता जांदा, जे साडी धी भैन जांदी उहदा रेप कीता जांदा है, जे साडा कोई भरा जांदा उहने लत्तां बाहां कट्ट दित्तियां जांदियां हन। ये अज जिहड़ा समाज दे विच जिहड़ी तब्दीली भारत देश दे विच आई है, ये एक बहुत ही खतरनाक तब्दीली आई है कि जो एक कदी भी सहन करन योग नहीं है।
ਇਸ ਲਈ ਹਿਊਮਨ ਰਾਈਟਸ ਵੀ ਬਣੀਆਂ ਹਨ, ਜੋ UN ਯੂਨਾਈਟਿਡ ਨੇਸ਼ਨ ਵੀ ਬਣੀ ਹੈ। ਇਸ ਦੇ ਉੱਤੇ ਤੱਕ ਵੀ ਜੇ ਭਾਰਤ ਦੇਸ਼ ਦੇ ਲੋਕ ਚਾਹੁਣ ਤਾਂ ਇਸ ਚੀਜ਼ਾਂ ਨੂੰ ਉੱਥੇ ਤੱਕ ਲਿਜਾ ਸਕਦੇ ਹਨ। ਇਹ ਹੱਕ ਆ ਤੁਹਾਡਾ, ਇਹ ਜ਼ਰੂਰੀ ਨਹੀਂ ਕਿ ਕੋਈ ਨਹੀਂ ਲਿਜਾ ਸਕਦਾ। ਤੁਸੀਂ RTI ਪਾ ਕੇ ਪੰਜਾਬ ਦੇ ਵਿੱਚ ਜਾਂ ਭਾਰਤ ਦੇਸ਼ ਦੇ ਵਿੱਚ ਜਿਹੜੀ ਚੀਜ਼ ਵੀ ਪੁੱਛਣੀ ਚਾਹੁੰਦੇ ਆ ਉਹਦਾ ਤੁਹਾਨੂੰ ਜਵਾਬ ਦੇਣਾ ਪਊਗਾ ਗੌਰਮੈਂਟਾਂ ਨੂੰ। ਲੇਕਿਨ ਸਾਡੇ ਲੋਕ ਜਿਹੜੇ ਡਰਦੇ ਹਨ, ਜੇ ਕੋਈ ਗੱਲ ਹੋਈ ਅੱਜ ਬਾਬਾ ਰਾਮਦੇਵ ਦੀ ਹੋਈ ਆ, ਮੈਂ ਚਾਹੁੰਦਾ ਸੀ ਘੱਟੋ ਘੱਟ 500 ਬੰਦਾ ਉੱਥੇ ਜਾ ਕੇ RTI ਦੇ ਵਿੱਚ ਜਾ ਕੇ ਜਾਂ ਉੱਥੇ FIR ਦਰਜ ਕਰਾਉਂਦਾ, ਉਹਦੇ ਉੱਤੇ ਬਾਬੇ ਨੂੰ ਜਾਂਦਾ ਪਤਾ ਉਹ ਅਲੱਗ। ਤੇ ਲੇਕਿਨ ਸਾਡੇ ਲੋਕਾਂ 'ਚ ਇੰਨੀ ਹਿੰਮਤ ਹੀ ਹੈ ਨਹੀਂ। ਜਿਸ ਦਿਨ ਮੰਦਿਰ ਦੀ RTI ਪਾਈ ਆ ਵੀ ਮੰਦਿਰ ਢਾਉਣਾ, ਉਹ ਇੱਕ ਬੰਦੇ ਨੇ ਪਾ ਕੇ ਢਵਾ ਦਿੱਤਾ ਮੰਦਿਰ। ਕਿ ਸਾਡੇ ਲੋਕਾਂ 'ਚ ਦਮ ਹੈ ਨਹੀਂ? ਜਿੱਦਾਂ ਭੈਣ ਜੀ ਸੱਤਿਆ ਵੇਲਾ ਰਤੂ ਜੀ ਕਹਿ ਕੇ ਗਏ ਹਨ ਕਿ ਸਾਡੇ ਲੋਕਾਂ ਨੂੰ ਪੰਜਾਬ ਦੇ ਵਿੱਚ ਗੱਲ ਹੀ ਹੈ ਨਹੀਂ, ਸਾਡੇ ਲੋਕ ਪੰਜਾਬ ਦੇ ਵਿੱਚ ਪਤਾ, ਉਹ ਕਹਿੰਦੇ ਸਾਡੇ ਹੋ ਹੀ ਨਹੀਂ ਰਿਹਾ ਕੁਛ ਵੀ। ਲੇਕਿਨ ਸਾਨੂੰ ਇੱਥੇ ਬੈਠਿਆਂ ਨੂੰ ਪਤਾ ਆ, ਤੁਹਾਨੂੰ ਬੈਠਿਆਂ ਨੂੰ ਪਤਾ, ਪੰਜਾਬ ਦੇ ਲੋਕਾਂ ਨੂੰ ਪਤਾ ਆ, ਲੇਕਿਨ ਉਹਨਾਂ ਨੇ ਕੰਨਾਂ 'ਚ ਉਂਗਲਾਂ ਦੇ ਰੱਖੀਆਂ, ਅੱਖਾਂ ਦੇ ਪੱਟੀ ਬੰਨ੍ਹ ਚੁੱਕੇ ਹਨ। ਹਾਂਜੀ सॉरी हाँ जी कर आप हाँ जी कलेर जी मैं सिर्फ क्योंकि हमें अपने देश से बहुत प्यार है और बस एक दुआ निकलती है, जो मैं एक जो मेरे को एक गीत बहुत अच्छा लगता है अपने देश का, तो उसके थ्रू मैं बस बोलना चाहूँगी। ए वतन वतन मेरे आबाद रहे तू, मैं जहाँ रहूँ जहाँ में याद रहे तू। ये दो पंक्तियाँ हैं जो बहुत कुछ बता जाती हैं अपने हमारे देश के बारे में, कि अगर हम एकजुट होकर एक साथ होकर आगे बढ़ेंगे तो शायद तभी लोग हमारे देश को पहचान पाएँ। अगर हम ऐसे ही अपने आप में ही लड़ते रहेंगे तो शायद हमारा देश बिखर के रह जाएगा दूसरों के बीच। धन्यवाद। हाँ जी बाबा जी। हाँ जी मेरी गल ये सी कि जो ਹੁਣ ਰਾਮਦੇਵ ਨੇ ਕਿਹਾ ਕਿ ਵੀ ਇਹ ਸਾਨੂੰ ਅੰਤਕਵਾਦ ਕਹਿਤਾ, ਵਿਚਾਰਕ ਅੰਤਕਵਾਦ, ਹੁਣ ਕਿਹਾ ਕਿ ਇਹਦੇ ਨਾਲ ਇੱਕ ਇਹ ਨਹੀਂ ਇਕੱਲਾ ਕਿਹਾ, ਇਹਦੇ ਨਾਲ ਹੁਣ ਸਾਡੇ ਜੋ ਸਾਡੇ ਪੈਗੰਬਰ ਸੀਗੇ ਜਾਂ ਬਾਬਾ ਸਾਹਿਬ ਨੂੰ ਵੀ ਵਿੱਚ ਹੀ ਲੈ ਲਿਆ, ਜੋ ਉਹਨਾਂ ਨੇ ਬਹੁਤ ਬੰਦਿਆਂ ਨੂੰ ਲੈ ਲਿਆ ਕਿ ਅਸੀਂ ਉਹਨਾਂ ਨੇ ਇੱਦਾਂ ਕਹਿ ਦਿੱਤਾ ਕਿ ਵੀ ਉਹ ਬੰਦਾ ਇੰਨਾ ਪੜ੍ਹਿਆ ਲਿਖਿਆ ਹੈ ਨਹੀਂ, ਸ਼ੂਦਰਾ ਜੋ ਆਇਆ OBC ਦਾ ਬੰਦਾ, ਉਹਨੂੰ ਉਹਦਾ ਦਿਮਾਗ ਇੱਥੇ ਕਿਤੇ ਮੇਰੇ ਖੋਪੜੀ ਦੇ ਵਿੱਚ ਰੱਖਿਆ 1% ਇਹਨੇ ਰੱਖਿਆ, ਉਹਦੀ ਖੋਪੜੀ ਦੇ ਵਿੱਚ ਗੋਬਰ ਭਰਿਆ ਆ। ਭਾਈ ਜਿਹੜਾ ਸਾਨੂੰ ਗਾਲ ਕੱਢਦਾ, ਆਪਾਂ ਅੱਗੇ ਕਹਿੰਦੇ ਹੁੰਦੇ ਜਿਹੜਾ ਜੇ ਪੱਥਰ ਇੱਟ ਮਾਰਦਾ ਪੱਥਰ ਦਾ ਜਵਾਬ ਦਿਓ, ਤੁਸੀਂ ਜਵਾਬ ਦੇ ਸਕਦੇ ਆ। ਤੁਸੀਂ ਕੋਈ ਚੀਜ਼ ਉਹਦੇ ਜੇ ਬਾਈਕਾਟ ਕਰੋ, ਜਦੋਂ ਸਾਨੂੰ ਕਹਿੰਦੇ ਹੁੰਦੇ ਹੁੱਕਾ ਪਾਣੀ ਬੰਦ ਆ, ਇਸ ਬੰਦੇ ਦਾ ਹੁੱਕਾ ਪਾਣੀ ਬੰਦ ਕਰੋ। ਹੁੱਕਾ ਪਾਣੀ ਦਾ ਮਤਲਬ ਕਿ ਉਹਦੇ ਨਾਲ ਸਾਡਾ ਟ੍ਰੇਡ ਬੰਦ ਕਰੋ ਆਪਣਾ। ਤੁਸੀਂ ਉਹਦਾ ਕਿਉਂ ਟ੍ਰੇਡ ਉਹਦਾ ਨੂੰ ਖੁੱਲ੍ਹਾ ਰੱਖਿਆ ਆ? ਕਿਉਂਕਿ ਤੁਸੀਂ ਲੋਕ ਉਸੀ ਇੰਨੇ % 85% ਲੋਕਾਂ ਦੇ ਵਿੱਚੋਂ ਤੁਸੀਂ 70% ਨੇ ਉਹਦੀ ਸਮਾਨ ਲਓ ਤਾਂ ਆਪੇ ਉਹਨੂੰ ਪਤਾ ਲੱਗ ਜੂ ਕਿ ਮੈਂ ਕਿਸ ਕੌਮ ਨੂੰ, ਮੈਂ ਕਿਹਨਾਂ ਦੇ ਕਹੇ ਲਾ ਕੇ, ਕਿਸ ਗੱਦਾਰਾਂ ਦੇ ਕਹੇ ਲਾ ਕੇ ਮੈਂ ਆਪਣੇ ਬੰਦੇ ਛੱਡੇ ਆ। ਉਹਨੇ ਤਾਂ ਸਾਡਾ ਬੇੜਾ ਕਰ ਕੀਤਾ। ਉਹ ਬੰਦਾ ਹੈ ਕੀ? ਆਪਣੀ ਅੱਖ ਤਾਂ ਠੀਕ ਨਹੀਂ ਕਰ ਸਕਦਾ, ਲੋਕਾਂ ਦਾ ਹੁਣ ਕੀ ਠੀਕ ਕਰਨਾ। ਜੀ ਧੰਨਵਾਦ। ਤੇ ਜਿਸ ਤਰ੍ਹਾਂ ਇਸ ਗੱਲ ਕਰਦੇ ਮੈਂ ਇਹ ਗੱਲ ਕਰੂੰਗਾ ਕਿ ਆਜ਼ਾਦ TV ਦੇ ਮਾਧਿਅਮ ਰਾਹੀਂ ਕਿ ਪੰਜਾਬ ਸਰਕਾਰ ਨੂੰ ਜੋ ਇਹ ਲੜਕੇ ਬੱਚੇ ਸਾਡੇ ਨਾਲ ਹੋਇਆ, ਭਰਾ ਦੇ ਨਾਲ ਹੋਇਆ, ਉਸ ਦੇ ਵਿੱਚ ਉਹ ਪੈ ਕੇ ਪੰਜਾਬ ਸਰਕਾਰ ਨੂੰ ਇਸ ਦਾ ਹੱਲ ਲੱਭਣਾ ਚਾਹੀਦਾ ਹੈ। ਜੋ ਅੱਗੇ ਤੋਂ ਜਿਹੜੇ ਫੜੇ ਗਏ ਆ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਸਜ਼ਾ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਕੋਈ ਇਸ ਤਰ੍ਹਾਂ ਦੀ ਕਾਨੂੰਨੀ ਹਰਕਤ ਅੱਗੇ ਤੋਂ ਕਰਨ ਦਾ ਕੋਈ ਇਸ ਤਰ੍ਹਾਂ ਕਰ ਨਾ ਸਕੇ। ਗੱਲ ਇੱਥੇ ਤੱਕ ਹੋ ਜਾਣਾ ਚਾਹੀਦਾ, ਕਿਸੇ ਨੂੰ ਉੱਚੀ ਨੀਵੀਂ ਵੀ ਗੱਲ ਨਹੀਂ ਭਾਵੇਂ ਪੰਜਾਬ ਦੇ ਵਿੱਚ ਜਾਂ ਭਾਰਤ ਦੇਸ਼ ਦੇ ਵਿੱਚ ਹੋਣੀ ਚਾਹੀਦੀ, ਕਹਿਣੀ ਚਾਹੀਦੀ। ਲੇਕਿਨ ਸਾਡੀਆਂ ਸਰਕਾਰਾਂ ਜਿਹੜੀਆਂ ਉਹ ਨਕੰਮੀਆਂ ਔਰ ਨਾ ਕਾਮਯਾਬ ਹੋ ਚੁੱਕੀਆਂ ਹਨ, ਜਿਹੜੀਆਂ ਕੰਮ ਨਹੀਂ ਕਰਨਾ ਚਾਹੁੰਦੀਆਂ, ਉਹ ਇੱਕ ਸਿਰਫ ਤੇ ਸਿਰਫ ਮਾੜੇ ਆਦਮੀ ਨੂੰ ਦਬਾ ਕੇ ਰੱਖਣਾ ਹੀ ਚਾਹੁੰਦੀਆਂ ਹਨ। ਇਹ ਲੇਕਿਨ ਜਿਸ ਤਰ੍ਹਾਂ ਮਹਾਂਪੁਰਸ਼ ਕਿਹਾ ਕਰਦੇ ਹਨ ਕਿ ਗੇਂਦ ਨੂੰ ਜਿੰਨਾ ਚਿਰ ਕੁੱਟੋਗੇ, ਜਿੰਨਾ ਚਿਰ ਇਸ ਸਮਾਜ ਨੂੰ ਦਵਾਈ ਰੱਖੋਗੇ, ਜਦੋਂ ਇਹ ਉੱਠੇਗਾ ਇੱਕਦਮ ਇਹ ਲਾਵਾ ਬਣੇਗਾ। ਇਹ ਲਾਵਾ ਜਿਸ ਦਿਨ ਇਹ ਚੰਗਿਆੜੀ ਜਿਹੜੀ ਇਹ ਚੰਗਿਆੜੀ ਹੈ, ਲਾਵੇ ਦੇ ਰੂਪ ਦੇ ਵਿੱਚ ਬਾਹਰ ਆਏਗੀ ਤਾਂ ਪਤਾ ਨਹੀਂ ਉਸ ਦੇ ਵਿੱਚ ਕੀ ਹੋਵੇਗਾ, ਉਹਦਾ ਅੰਜਾਮ ਕੀ ਹੋਵੇਗਾ, ਇਹ ਕੋਈ ਨਹੀਂ ਜਾਣਦਾ। ਜਿਸ ਤਰ੍ਹਾਂ ਕਿ ਤਨੂ ਜੀ ਨੇ ਵੀ ਕਿਹਾ ਕਿ ਜੇ ਅਸੀਂ ਸਾਡਾ ਜਿਹੜਾ ਸਮਾਜ ਆ ਜਾਂ ਸਾਡੇ ਭਾਈਚਾਰਾ ਜਾਂ ਭਾਰਤ ਦੇਸ਼ ਦੇ ਲੋਕ ਆ ਜੇ ਇਕੱਠੇ ਹੋ ਕੇ ਰਹਿਣਗੇ ਤਾਂ ਭਾਰਤ ਦੇਸ਼ ਦੀ ਜਿਹੜਾ ਆ ਉਹ ਇਸ ਤਰ੍ਹਾਂ ਭਾਰਤ ਦੇਸ਼ ਸੋਹਣਾ ਨਾਮ ਸੋਹਣਾ ਲੱਗਦਾ ਭਾਰਤ ਕਹਿਣ ਨੂੰ। ਲੇਕਿਨ ਜੇ ਨਾ ਹੋਇਆ ਤਾਂ ਅਖੰਡਤਾ ਜਾਂ ਉਹਦੇ ਵਿੱਚ ਪਾੜਾ ਵੀ ਪੈ ਸਕਦਾ ਕਿਸੇ ਤਰ੍ਹਾਂ ਵੀ। ਇਹ ਜਿਹੜੀਆਂ ਚੀਜ਼ਾਂ ਇਹ ਕੋਈ ਬੱਚੇ ਜਿਹੜੇ ਲੜਕੀ ਆ ਛੋਟੀ ਜਿਹੀ ਉਮਰ ਦੀ ਆ ਉਹਦੇ ਦਿਮਾਗ 'ਚ ਜੇ ਗੱਲ ਆਉਂਦੀ ਹੈ ਤਾਂ ਕਿ ਸਾਡੇ ਬਜ਼ੁਰਗ ਜਾਂ ਸਾਡੇ ਜਿਹੜੇ ਉੱਥੇ ਪੰਜਾਬ ਦੇ ਲੀਡਰ ਆ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਨਹੀਂ ਆਉਂਦੀ ਕਿ ਅਸੀਂ ਕਿਸੇ ਸਮਾਜ ਨੂੰ ਕਿਉਂ ਇੰਨਾ ਤਸ਼ੱਦਦ ਦੇ ਕਰ ਰਹੇ ਹਾਂ, ਤਸ਼ੱਦਦ ਉਸ ਸਮਾਜ ਦੇ ਉੱਤੇ ਜਿਹੜਾ ਕਿ ਆਪਣੀ ਰੋਟੀ ਕਮਾ ਕੇ ਤੁਹਾਨੂੰ ਉਹਦੇ ਵਿੱਚ। ਮੈਂ ਅੱਜ ਇੱਕ ਛੋਟੀ ਜਿਹੀ ਗੱਲ ਕਰਨੀ ਚਾਹੁੰਦਾ ਕਿ ਬਾਬਰੀ ਮਸਜਿਦ ਦੀ ਗੱਲ ਹੋਈ, ਮੰਦਿਰ ਦੀ ਗੱਲ ਹੋਈ, ਰਿਜ਼ਲਟ ਆ ਗਿਆ ਮੰਦਿਰ ਬਣੂਗਾ, ਠੀਕ ਹੈ ਮੰਦਿਰ ਬਣਨਾ ਚਾਹੀਦਾ ਆ, ਲੇਕਿਨ ਉਹ ਮੰਦਿਰ ਬਣਾਉਣਾ ਕਹਿੰਦੇ ਆ ਉਹਨਾਂ ਲੋਕਾਂ ਨੇ ਬਣਾਉਣਾ ਜਿਨ੍ਹਾਂ ਨੂੰ ਅਛੂਤ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਉਹਨਾਂ ਮੰਦਿਰਾਂ ਦੇ ਵਿੱਚ ਮੱਥਾ ਟੇਕਣ ਨਹੀਂ ਦਿੱਤਾ ਜਾਂਦਾ। ਕੀ ਉਹਨਾਂ ਦੇ ਮੰਦਿਰ ਬਣਾਉਣ ਦੇ ਲਈ ਉਹ ਜਿਹੜੇ ਪਾਂਡੇ ਆ ਜਾਂ ਸਾਧੂ ਸੰਤ ਬੈਠੇ ਆ ਕੀ ਉਹ ਮੰਦਿਰ ਉਹ ਬਣਾਉਣਗੇ ਜਾਂ ਜਿਹੜੇ ਅਨਟੱਚੇਬਲ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਮੰਦਿਰ ਉਹ ਬਣਾਉਣਗੇ? ਅੱਜ ਸਾਨੂੰ ਇੱਥੇ ਵੀ ਸੋਚ ਕਰਨੀ ਪਊਗੀ, ਫੈਸਲਾ ਕਰਨਾ ਪਊਗਾ। ਜਾਂ ਤਾਂ ਮੰਦਿਰ ਬਣਾਉਣ ਵੇਲੇ
ਇਹ ਕਿਹਾ ਜਾਵੇ ਕਿ ਜਿਹੜਾ ਮੰਦਿਰ ਅਸੀਂ ਇੱਟ ਰੱਖ ਰਹੇ ਸਾਡੀ ਇੱਟ ਅਸੀਂ ਰੱਖੀ ਆ, ਇਹ ਅਸੀਂ ਇੱਥੇ ਮੱਥਾ ਵੀ ਟੇਕ ਸਕਦੇ ਹਾਂ, ਅਸੀਂ ਇੱਥੇ ਜਾ ਵੀ ਸਕਦੇ ਆ ਵੀ ਸਕਦੇ ਆ। ਇਹ ਨਹੀਂ ਵੀ ਕਿਸੇ ਨੂੰ ਰੋਕ ਦਿੱਤਾ ਜਾਵੇ ਤੂੰ ਅਨਟੱਚੇਬਲ ਆ, ਤੂੰ ਮੰਦਿਰ 'ਚ ਨਹੀਂ ਆ ਸਕਦਾ, ਫਿਰ ਗਊ ਪਿਸ਼ਾਬ ਦੇ ਨਾਲ ਉਹਨੂੰ ਧੋਇਆ ਜਾਵੇ ਜਾਂ ਦੁੱਧ ਦੇ ਨਾਲ ਧੋਇਆ ਜਾਵੇ। ਇਹ ਜਿਹੜੀਆਂ ਚੀਜ਼ਾਂ ਆ ਉੱਥੇ ਉਹ ਮੰਦਿਰ ਬਣਾਉਣ ਲਈ ਉਹ ਠੀਕ ਆ, ਘਰ ਬਣਾਉਣ ਲਈ ਠੀਕ ਆ, ਰਹਿਣ ਲਈ ਦੂਸਰੇ ਲੋਕ ਠੀਕ ਆ, ਲੇਕਿਨ ਜਦੋਂ ਜਾਤ ਪਾਤ ਦੀ ਗੱਲ ਆਉਂਦੀ ਆ ਉਹਦੇ ਉੱਤੇ ਬੜਾ ਹੀ ਅਚੰਭਾ ਜਿਹਾ ਹੁੰਦਾ ਹੈ, ਦਿਲ ਨੂੰ ਬੜੀ ਸੱਟ ਜਿਹੀ ਲੱਗਦੀ ਆ। ਬੱਗਾ ਜੀ ਆਪਾਂ ਕਿਉਂਕਿ ਪ੍ਰੋਗਰਾਮ ਦੇ ਸਮਾਪਤੀ ਵੱਲ ਜਾ ਰਹੇ ਹਾਂ ਤੇ ਆ ਤਨੂੰ ਜੀ ਹੁਣੀ ਕਿਉਂਕਿ ਭਾਰਤ ਦੇਸ਼ ਤੋਂ ਆਏ ਆ ਤੇ ਇਹਨਾਂ ਨੇ ਤਨੂੰ ਜੀ ਮਾਨ ਸਨਮਾਨ ਬੈਠ ਕੇ ਇਦਾਂ ਹੈ ਬੈਠ ਕੇ क्योंकि मान सम्मान है आपके लिए क्योंकि जब भी साढ़े स्टूडियो ਦੇ ਵਿੱਚ इंडिया भारत देश तो कोई आता है मैं बिल्कुल अपने साथ इसको रखूंगी और हमेशा अपने पास रखूंगी एक याद की तरह भी कि आपने मुझे ये मौका दिया कि मैं यहाँ पर आकर अपने व्यूज़ अपनी भावनाएं व्यक्त कर सकूं, उसके लिए आपका बहुत बहुत धन्यवाद जी बहुत बहुत। ਤੇ ਕਿਉਂਕਿ ਅਸੀਂ ਪ੍ਰੋਗਰਾਮ ਦੀ ਸਮਾਪਤੀ ਵੱਲ ਜਾ ਰਹੇ, ਜੋ ਵੀ ਸਾਡਾ ਅੱਜ ਦਾ ਪ੍ਰੋਗਰਾਮ ਸੀ ਮੁੱਦਾ ਸੀ ਇਹ ਸੀਗਾ ਕਿ ਜਿਹੜਾ ਸਾਡੇ ਭਾਈ ਭਰਾ ਦੇ ਨਾਲ ਅਤਿਆਚਾਰ ਕੀਤਾ ਗਿਆ ਜਗਮੇਲ ਸਿੰਘ ਦੇ ਨਾਲ ਸੰਗਰੂਰ ਦੇ ਵਿੱਚ ਅੰਗਾਲੀਵਾਲਾ ਦੇ ਵਿੱਚ, ਉਹ ਇਸ ਤਰ੍ਹਾਂ ਦੀ ਜਿਹੜੀ ਘਟਨਾ ਆ ਗੌਰਮੈਂਟ ਨੂੰ ਇਸ ਦੇ ਉੱਤੇ ਚੰਗੀ ਤਰ੍ਹਾਂ ਪੂਰੀ ਜਿਹੜੀ ਕਾਰਵਾਈ ਕਰਨੀ ਚਾਹੀਦੀ ਆ ਤਾਂ ਕਿ ਅੱਗੋਂ ਤੋਂ ਕਿਸੇ ਵੀ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਜਾਂ ਭਾਰਤ ਦੇਸ਼ ਦੇ ਅੰਦਰ ਇਸ ਤਰ੍ਹਾਂ ਦੀ ਘਟਨਾ ਕਰਨ ਦੀ ਕੋਈ ਹਿੰਮਤ ਨਾ ਕਰੇ, ਜਿਸ ਦੇ ਨਾਲ ਜਿਹੜਾ ਅਹਿਸਾਸ ਸਾਡਾ ਪਿਆਰ ਜਿਹੜਾ ਮੁਹੱਬਤ ਆ ਵਧੀ ਰਹੇ। ਸਾਧੂ ਸੰਤਾਂ ਸਮਾਜ ਜਿਹੜਾ ਜੋ ਵੀ ਆ ਭਾਰਤ ਦੇਸ਼ ਦਾ ਜਿਹੜਾ ਆ ਉਹ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਤੇ ਅਸੀਂ ਕਹਿਣੇ ਨੂੰ ਅਸੀਂ ਕਹਿੰਦੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ, ਲੇਕਿਨ ਉੱਥੇ ਅਤਿਆਚਾਰ ਦਿਨ ਹਰ ਰੋਜ਼ ਜਿਹੜਾ ਵੱਧਦਾ ਜਾ ਰਿਹਾ ਹੈ। ਤੇ ਕਿਸੇ ਵੀ ਸਾਧੂ ਸੰਤ ਨੇ ਜਾਂ ਕਿਸੇ ਗੁਰੂ ਪੀਰ ਪੈਗੰਬਰ ਨੇ ਇਹ ਨਹੀਂ ਕਿਹਾ ਕਿ ਆਪਣੇ ਮਾੜੇ ਤੋਂ ਜਿਹੜਾ ਮਾੜਾ ਆ ਤੁਹਾਡੇ ਤੋਂ ਉੱਤੇ ਅਤਿਆਚਾਰ ਕਰੋ ਔਰ ਉਹਦੀਆਂ ਲੱਤਾਂ ਬਾਹਾਂ ਕੱਟ ਦਿਓ ਜਾਂ ਉਹਨੂੰ ਪਿਸ਼ਾਬ ਪਿਲਾਵੋ। ਇਨਸਾਨੀਅਤ ਦੇ ਨਾਲ ਇੱਕ ਧੋਖਾ ਹੈ। ਇਨਸਾਨੀਅਤ ਇੱਕ ਉਹ ਇਨਸਾਨ ਜਿਸ ਨੇ ਉਸਦੇ ਮਾਸ ਖਿੱਚਿਆ ਹੋਵੇਗਾ ਕਿ ਉਸਦੇ ਅੰਦਰ ਦਰਦ ਨਹੀਂ ਆਇਆ ਹੋਵੇਗਾ, ਕਿ ਉਹ ਕਿਸੇ ਦਾ ਬੱਚਾ ਆਪ ਨਹੀਂ ਬੱਚਾ ਹੋਵੇਗਾ ਜੇ ਉਸ ਦੇ ਨਾਲ ਕੱਲ੍ਹ ਨੂੰ ਇਹ ਗੱਲ ਹੋਵੇ। ਮੈਂ ਕਹਿੰਦਾ ਗੌਰਮੈਂਟ ਨੂੰ ਇਹ ਕੰਮ ਕਰਨੇ ਚਾਹੀਦੇ, ਉਹਨਾਂ ਬੰਦਿਆਂ ਨੂੰ ਇੱਦਾਂ ਦੀ ਸਜ਼ਾ ਦੇਣੀ ਚਾਹੀਦੀ ਰੋਡਾਂ ਦੇ ਉੱਤੇ ਬੈਠੇ ਭੀਖ ਮੰਗਦੇ ਫਿਰਨ। ਉਹ ਇਸ ਤਰ੍ਹਾਂ ਦਾ ਗੌਰਮੈਂਟ ਨੂੰ ਕੰਮ ਕਰਨਾ ਚਾਹੀਦਾ ਜਿੱਦਾਂ ਕਿ ਮਿਡਲ ਈਸਟ ਦੇ ਵਿੱਚ ਇਹ ਜਿਹੜੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਜੇ ਸਾਡੇ ਭਾਰਤ ਦੇਸ਼ ਦੇ ਵਿੱਚ ਇੱਕ ਦੋ ਚੌਂ ਨੂੰ ਵੀ ਸਜ਼ਾ ਦੇ ਦਿੱਤੀ ਜਾਵੇ ਕਦੀ ਵੀ ਇਸ ਤਰ੍ਹਾਂ ਦੀ ਕੋਈ ਕਾਨੂੰਨੀ ਹਰਕਤ ਨਹੀਂ ਕਰੇਗਾ, ਨਾ ਹੀ ਹਿੰਮਤ ਕਰੇਗਾ ਕੋਈ। ਲੇਕਿਨ ਸਾਡਾ ਇਹ ਜਿਹੜਾ ਪ੍ਰੋਗਰਾਮ ਹੈ ਸਾਡੇ ਆਪਣੇ ਵਿਊਜ਼ ਸਨ ਜਿਹੜੇ ਕਾਲਾਂ ਨੇ ਉਹਨਾਂ ਦੇ ਆਪਣੇ ਵਿਊਜ਼ ਸਨ ਜਿਨ੍ਹਾਂ ਨੇ ਅਸੀਂ ਕਾਲਾਂ ਨਹੀਂ ਲੈ ਸਕੇ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ। ਜੋ ਵੀ ਮੁੱਦਾ ਹੁੰਦਾ ਹੈ ਮੁੱਦੇ ਦੀ ਅਸੀਂ ਗੱਲ ਕਰਦੇ ਜੋ ਭਾਰਤ ਦੇਸ਼ ਦੇ ਵਿੱਚੋਂ ਸਾਨੂੰ ਮੁੱਦਾ ਆਉਂਦਾ ਨਜ਼ਰ ਆਉਂਦਾ ਜਿਹੜਾ ਸਾਡੇ ਸਮਾਜ ਦੇ ਨਾਲ ਰਿਲੇਟਡ ਹੁੰਦਾ ਆ ਅਸੀਂ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਟਰਾਈ ਕਰਦੇ ਹਾਂ। ਇਹ ਸਾਡੀ ਇੱਕ ਕੋਸ਼ਿਸ਼ ਹੈ ਤੇ ਉਸ ਨੂੰ ਜਿਹੜਾ ਅੰਜਾਮ ਦੇਣਾ ਉਸ ਨੂੰ ਜਿਹੜਾ ਅੱਗੇ ਲਿਜਾਣਾ ਫਾਰਵਰਡ ਕਰਨਾ ਆ ਕਿਸ ਤਰ੍ਹਾਂ ਉਹ ਗੌਰਮੈਂਟ ਤੱਕ ਪਹੁੰਚਾਉਣਾ ਉਹ ਤੁਹਾਡੇ ਹੱਥ ਦੇ ਵਿੱਚ ਹੈ। ਕਿਉਂਕਿ ਸਾਡੇ ਇੱਥੇ ਹੁਣ ਪ੍ਰੋਗਰਾਮ ਦੀ ਸਮਾਪਤੀ ਹੋ ਰਹੀ ਆ ਤੇ ਅਗਲੇ ਹਫ਼ਤੇ ਤੱਕ ਸਾਨੂੰ ਇਜਾਜ਼ਤ ਦਿਓ। ਜਿੰਦੇ ਰਹੇ ਤਾਂ ਫਿਰ ਮਿਲਾਂਗੇ। ਰੱਬ ਰੱਖਾ। ਜੈ ਗੁਰਦੇਵ। ਧੰਨ ਗੁਰਦੇਵ।